हर कृष्ण ध्याइए, जिस डिठे सब दुख जाए, जिस डिठे सब दुख जाए, जिस डिठे सब दुख जाए। तेग बहादुर सिमरिए, तारनो निद आवे, ताए सब थाए होए सहाय, सब थाए होए सहाय, सब थाए होए सहाय, होए सहाय। वड्डा तेरा दरबार, सचा तुद तखत, सिर शाह पातशाहो, निहचल चोर छत। पौड़े वड्डे वड्डा पार तेरा मर्तबा, रंग बिरंग निकल जपन करतबा। जिया अंदर जियो सबके जान ला, सब तेरे वस तेरा करबला। तेरा कर आनंद दाई तुद कर, मन भक्त तेज अपना आप जर। सर्व कला भरपूर दिसै जत कथा, नानक दासन दास दिया गै बिनवता बिनवता बिनवता। पौड़ी वड्डी वड्डा अपार तेरा मर्तबा, रंग परंग अनेक न जापन करतबा। जिया अंदर जिया सब की जान ला, सब कुछ तेरे वस तेरा कर पला। तेरे कारण आनंद वधाई, तुद कर मन मोता तेज अपना अपचर। सर्व कला भरपूर दिसै जत कथा, नानक दासन दा तुद आगे बिनवता। श्लोक। पावन गुरु पाणी पिता माता धरत महत, दिवस रात द्वेदाई दाया। खेलै सगल जगत, चंगियाइयां बुरियाइयां वाचै धर्म हदूर। करमी आपो अपनी, के नेड़े के दूर। जिनी नाम ते आया, गए मशक्कत काल। नानक ते मुख उजले, केती छुट्टी नाल। जिनी नाम ते आया, गए मशक्कत काल। नानक ते मुख उजले, केती छुट्टी नाल। वाहेगुरु जी का खालसा, वाहेगुरु जी की फतेह। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਬੰਦਨ ਪਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ
ਰਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਨ ਪੰਡਤ ਬਿਨ ਸਤਿਗੁਰੂ ਮਾਰਗ ਹਾਥ ਨ ਆਈ ਬਿਨ ਤਾਰੀ ਤਾਰੋ ਪੇਰਿਓ ਖੋਲੇ ਨਾ ਕਰੇ ਉਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ का खास रूप ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਜਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਜੁੜ ਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹ ਗੁਰੂ ਕੀ ਖੁਸ਼ੀ ਵਰਤੀ ਹੈ ਤਦੇ ਗੁਰੂ ਚਰਨਾਂ 'ਚ ਜੁੜੇ ਹਾਂ। ਬਿਨਾਂ ਸਤਿਗੁਰਾਂ ਦੀ ਖੁਸ਼ੀ ਤੋਂ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਨਹੀਂ ਹੁੰਦਾ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਪੜ੍ਹਨ ਸੁਣਨ ਦਾ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ ਸਤਿਗੁਰੂ ਜੀ ਅਨੇਕਾਂ ਥਾਵਾਂ ਨੂੰ ਪਵਿੱਤਰ ਕਰਦਿਆਂ ਕਸ਼ਮੀਰ ਪਹੁੰਚੇ ਹਨ। ਕਸ਼ਮੀਰ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ 8 ਤੋਂ ਵੱਧ ਇਤਿਹਾਸਕ ਸਥਾਨ ਹਨ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਇਤਿਹਾਸਕ ਸਥਾਨ ਹੈ। ਜਗਤ ਗੁਰੂ ਪਾਤਸ਼ਾਹ ਕਸ਼ਮੀਰ ਪਹੁੰਚੇ ਨੇ
ਇੱਕ ਨਗਰ ਦੇ ਜੀਵਾਂ ਦਾ ਪਾਰ ਉਤਾਰਾ ਕੀਤਾ। ਪੜ੍ਹਿਆ ਲਿਖਿਆ ਵਿਦਿਆ ਬਿਮਾਨੀ ਪੰਡਤ ਹੈ, ਬ੍ਰਹਮਦਾਸ ਉਹਦਾ ਨਾਮ ਹੈ। ਬੜੇ ਗਰੂਰ ਵਿੱਚ ਆਪਣੇ ਊਂਠਾਂ ਨੂੰ, 2 ਊਂਠਾਂ ਨੂੰ ਗ੍ਰੰਥਾਂ ਨਾਲ ਲੱਦ ਕੇ ਗੁਰੂ ਚਰਨਾਂ 'ਚ ਆਇਆ। ਸਤਿਗੁਰਾਂ ਤੇ ਆ ਕੇ ਸਵਾਲ ਕੀਤੇ ਨੇ। ਪਾਤਸ਼ਾਹ ਨੇ ਇਹਦੀ ਪੜ੍ਹੀ ਹੋਈ ਵਿਦਿਆ ਦਾ ਮਾਣ, ਵੇਦਾ ਅੰਦਰ ਹੰਕਾਰ ਵੇਖ ਕੇ ਪਾਵਨ ਸ਼ਲੋਕ ਆਪਣੇ ਮੁਖੋਂ ਉਚਾਰਨ ਕੀਤਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ। ਇਹ ਸ਼ਲੋਕ ਪੰਡਤ ਬ੍ਰਹਮਦਾਸ ਨੇ ਸੁਣਿਆ। ਇੱਥੋਂ ਅੱਗੇ ਕਥਾ ਆਰੰਭ ਹੋ ਰਹੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾ ਨੂੰ ਪਵਿੱਤਰ ਕਰਦਿਆਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਪੰਡਤ ਬਿਨ ਸਤਿਗੁਰੂ ਮਾਰਗ ਹਾਥ ਨ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੰਡਤ ਨੂੰ ਕਹਿੰਦੇ ਆ, ਪੰਡਤ ਸੁਣ, ਪੜ ਤੂੰ ਭਾਵੇਂ ਬਹੁਤ ਲਿਆ, ਬੜੇ ਬੜੇ ਧਰਮ ਗ੍ਰੰਥਾਂ ਦਾ, ਵੇਦਾਂ ਸ਼ਾਸਤਰਾਂ ਦਾ ਅਧਿਐਨ ਕਰ ਲਿਆ ਹੋਣਾ, ਪਰ ਯਾਦ ਰੱਖ ਸਤਿਗੁਰਾਂ ਤੋਂ ਬਿਨਾਂ ਮਾਰਗ ਦੀ ਸੋਝੀ ਪ੍ਰਾਪਤ ਨਹੀਂ ਹੁੰਦੀ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਿੰਨੇ ਮਰਜੀ ਸ਼ਾਸਤਰ ਅਧਿਐਨ ਕਰ ਲੈ, ਗੁਰੂ ਤੋਂ ਬਿਨਾਂ ਅੰਦਰ ਅੰਧਕਾਰ ਹੀ ਅੰਧਕਾਰ ਹੈ, ਸੋਝੀ ਨਹੀਂ ਹੁੰਦੀ। ਸਤਿਗੁਰਾਂ ਤੋਂ ਬਿਨਾਂ ਮਾਰਗ ਹੱਥ ਨਹੀਂ ਆਉਂਦਾ। ਬਿਨ ਤਾਰੀ ਤਾਰੋ ਪੇਰਿਓ ਖੋਲੇ ਨਾ ਕਰੇ ਉਪਾਏ। ਤਾਲਾ ਬੰਦ ਹੋਵੇ ਤੇ ਚਾਬੀ ਨਾ ਹੋਵੇ ਕੋਲ। ਤਾਲਾ ਖੋਲਣਾ, ਤੋੜਨਾ ਨਹੀਂ। ਜੇ ਤਾਲਾ ਖੋਲਣਾ ਤੇ ਫਿਰ ਚਾਬੀ ਤੋਂ ਬਿਨਾਂ ਉਹ ਤਾਲਾ ਨਹੀਂ ਖੁੱਲਣਾ, ਜੇ ਚਾਬੀ ਹੱਥ ਵਿੱਚ ਨਾ ਹੋਵੇ। ਇਸੇ ਤਰ੍ਹਾਂ ਭਾਵੇਂ ਜਿੰਨੇ ਮਰਜ਼ੀ ਕੋਈ ਉਪਾਅ ਕਰ ਲਵੇ, ਚਾਬੀ ਤੋਂ ਬਿਨਾਂ ਉਹ ਤਾਲਾ ਨਹੀਂ ਖੁੱਲੇਗਾ। ਹਾਂ, ਤੋੜ ਸਕਦਾ, ਉਹਨੂੰ ਕਿਸੇ ਆਰੀ ਨਾਲ ਕੱਟ ਸਕਦਾ, ਪਰ ਜੇ ਗੱਲ ਖੋਲਣ ਦੀ ਹੋਵੇ ਤੇ ਚਾਬੀ ਤੋਂ ਬਿਨਾਂ ਕਿਸੇ ਉਪਾਅ ਨਾਲ ਉਹ ਤਾਲਾ ਨਹੀਂ ਖੋਲਿਆ ਜਾ ਸਕਦਾ। ਚੌਪਈ ਪੂਰਨ ਪੁੰਜ ਪੁੰਨ ਜਬ ਹੋਏ। ਇਸੇ ਤਰ੍ਹਾਂ ਗੁਰੂ ਬਿਨਾਂ ਗਤ ਨਹੀਂ ਹੋਣੀ, ਗੁਰੂ ਬਿਨਾਂ ਮਾਰਗ ਦੀ ਸੋਝੀ ਨਹੀਂ ਹੋਣੀ। ਮਹਾਰਾਜ ਜੀ ਕਹਿੰਦੇ ਪੂਰਬਲੇ ਜਨਮਾਂ ਦੇ ਜਦੋਂ ਕੀਤੇ ਹੋਏ ਚੰਗੇ ਪੁੰਨ ਕਰਮ ਜਾਗਦੇ ਨੇ, ਪੁੰਨ ਕਰਮ ਅੱਗੇ ਆਉਂਦੇ ਹਨ। ਮਿਲੇ ਗੁਰੂ ਉਪਦੇਸ਼ੇ ਸੋਏ। ਉਹਨਾਂ ਪੁੰਨ ਕਰਮਾਂ ਦੇ ਫਲ ਸਵਰੂਪ ਗੁਰੂ ਦਾ ਮੇਲ ਪ੍ਰਾਪਤ ਹੁੰਦਾ ਹੈ। ਪੂਰਬ ਜਨਮ ਅੰਕੁਰ ਜਬ ਪ੍ਰਗਟਿਓ ਹਰ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਜਨਮਾਂ ਦੇ ਚੰਗੇ ਕਰਮ ਜਾਗਦੇ ਨੇ, ਫਿਰ ਜਾ ਕੇ ਗੁਰੂ ਦਾ ਮੇਲ ਪ੍ਰਾਪਤ ਹੁੰਦਾ ਹੈ ਤੇ ਸਤਿਗੁਰਾਂ ਨਾਲ ਮਿਲੀਏ। ਫਿਰ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਹਨ। ਸਾਰ ਅਸਾਰ ਲਖਾਵੇ ਜਬੇ। ਗੁਰੂ ਸਾਹਿਬ ਜੀ ਕਿਰਪਾ ਕਰਕੇ ਆਪਣੀ ਸ਼ਰਨ ਆਏ ਆਪਣੇ ਸੇਵਕ ਨੂੰ, ਆਪਣੇ ਸਿੱਖ ਨੂੰ ਸਾਰ ਕੀ ਹੈ, ਅਸਾਰ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਇਹਦਾ ਗਿਆਨ ਗੁਰੂ ਕਰਾਉਂਦਾ ਆਪਣੇ ਸਿੱਖ ਨੂੰ। ਸੱਚ ਕੀ ਹੈ, ਝੂਠ ਕੀ ਹੈ, ਸਾਰ ਅਸਾਰ ਕੀ ਹੈ, ਇਹਦੀ ਸੋਝੀ ਗੁਰੂ ਸਾਹਿਬ ਜੀ ਬਖਸ਼ਦੇ ਹਨ। ਗ੍ਰਹਿਣ ਤਿਆਗ ਨੋ ਜਾਣੇ ਤਬੇ। ਗੁਰੂ ਦੀ ਸ਼ਰਨ ਚ ਆ ਕੇ ਪੰਡਤ ਜੀ ਪਤਾ ਲੱਗਦਾ ਹੈ ਗ੍ਰਹਿਣ ਕੀ ਕਰਨਾ ਤੇ ਤਿਆਗਣਾ ਕੀ ਹੈ, ਕਿ ਅਸੀਂ ਗ੍ਰਹਿਣ ਕੀ ਕਰਨਾ ਤੇ ਤਿਆਗਣਾ ਕੀ ਹੈ। ਇਹ ਸੋਝੀ ਵੀ ਗੁਰੂ ਦੀ ਸ਼ਰਨ ਵਿੱਚ ਹੀ ਆ ਕੇ ਹੁੰਦੀ ਹੈ। ਮਿਟੇ ਭਰਮ ਚਿਤ ਸ਼ਾਂਤੀ ਪਾਏ। ਫਿਰ ਹਿਰਦੇ ਦੇ ਭਰਮ ਮਿਟਦੇ ਨੇ, ਚਿੱਤ ਨੂੰ ਸ਼ਾਂਤੀ ਤੇ ਟਿਕਾ ਪ੍ਰਾਪਤ ਹੁੰਦਾ ਹੈ। ਅਨੇਕ ਕਲਪਨਾ ਹਿਰਦੇ ਨਸਾਏ। ਹਿਰਦੇ ਦੀਆਂ ਅਨੇਕਾਂ ਕਾਲ ਕਲਪਨਾਵਾਂ ਨੂੰ
ਗੁਰੂ ਪਾਤਸ਼ਾਹ ਕਿਰਪਾ ਕਰਕੇ ਦੂਰ ਕਰ ਦਿੰਦੇ ਨੇ, ਨਾਸ਼ ਕਰ ਦਿੰਦੇ ਨੇ। ਆਪਣੇ ਸਿੱਖ ਦੇ ਹਿਰਦੇ 'ਚ ਗੁਰੂ ਕਲਪਨਾ ਨਹੀਂ ਰਹਿਣ ਦਿੰਦਾ। ਕਾਲ ਕਲਪਨਾ ਨੂੰ ਆਪਣੇ ਸਿੱਖ ਦੇ ਹਿਰਦੇ 'ਚੋਂ ਸਮਾਪਤ ਕਰ ਦਿੰਦਾ ਹੈ। ਵਹਿਰ ਬੇਕ ਪਰ ਦ੍ਰਿਸ਼ਟ ਨ ਧਾਰੇ। ਉਹ ਫਿਰ ਬਾਹਰਲੇ ਭੇਖ ਤੇ ਦ੍ਰਿਸ਼ਟੀ ਨਹੀਂ ਧਾਰਦਾ ਕਿ ਬਾਹਰ ਕਿਹੋ ਜਿਹਾ ਭੇਖ ਹੈ, ਬਾਹਰ ਕਿਹੋ ਜਿਹਾ ਸਰੂਪ ਹੈ। ਅੰਤਰਮੁਖੀ ਬ੍ਰਿਤ ਕੋ ਪਾਰੇ। ਗੁਰੂ ਸਾਹਿਬ ਜੀ ਦਾ ਜਿਹੜਾ ਸਿੱਖ ਹੈ ਉਹ ਆਪਣੇ ਅੰਦਰ ਅੰਤਰਮੁਖੀ ਬਿਰਤੀ ਨੂੰ ਪਾਲਦਾ ਹੈ। ਬਾਹਰ ਕੀ ਹੋ ਰਿਹਾ ਹੈ, ਜੇ ਬਾਹਰਲੇ ਪਾਸੇ ਬਿਰਤੀ ਕਰੇਗਾ ਤੇ ਭਰਮਦਾ ਹੀ ਰਹੇਗਾ। ਜਦੋਂ ਬਾਹਰੋਂ ਬਿਰਤੀ ਨੂੰ ਪਰਾਮ ਕਰਕੇ ਆਪਣੇ ਅੰਤःਕਰਨ ਵਿੱਚ ਅੰਦਰ ਜੋੜੇਗਾ ਫਿਰ ਟਿਕਾਅ ਬਣੇਗਾ। ਗੁਰੂ ਪਾਤਸ਼ਾਹ ਆਪਣੇ ਸਿੱਖ ਨੂੰ ਪੰਡਤ ਜੀ ਬਿਰਤੀ ਅੰਤਰਮੁਖੀ ਕਰਨਾ ਸਿਖਾਉਂਦੇ ਹਨ। ਸੁਨ ਪੰਡਿਤ ਉਰ ਲਿਓ ਵਿਚਾਰੀ। ਇਹ ਪੰਡਤ ਇਸ ਗੱਲ ਨੂੰ ਆਪਣੇ ਹਿਰਦੇ 'ਚ ਵਿਚਾਰ ਲੈ ਜੋ ਅਸੀਂ ਕਹਿ ਰਹੇ ਹਾਂ। ਗੁਰੂ ਬਿਨਾਂ ਗਤ ਨਹੀਂ ਹੋਣੀ। ਜਿਵੇਂ ਕਹਾਵਤ ਹੈ, ਸ਼ਾਹ ਬਿਨਾਂ ਪਤ ਨਹੀਂ ਤੇ ਗੁਰੂ ਬਿਨਾਂ ਗਤ ਨਹੀਂ, ਇਹ ਸਮਝ ਲੈ। ਜਬ ਲੋ ਮਨ ਹੈ ਵਿਸ਼ੇ ਵਿਕਾਰੀ। ਜਦੋਂ ਤੱਕ ਇਹ ਮਨ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਪ੍ਰਵਿਰਤ ਹੈ, ਇਹ ਮਨ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਖਚਤ ਹੋ ਰਿਹਾ ਹੈ, ਵਹਿਰ ਭੇਖ ਤਬ ਲੋ ਸਭ ਕਾਚਾ। ਉਦੋਂ ਤੱਕ ਇਹ ਬਾਹਰਲਾ ਧਰਿਆ ਹੋਇਆ ਭੇਖ ਕੱਚਾ ਹੈ। ਜੇ ਮਨ ਵਿਸ਼ਿਆਂ ਵਿਕਾਰਾਂ ਵਿੱਚ ਹੈ ਤੇ ਬਾਹਰੋਂ ਕੋਈ ਖਫਣੀ ਪਾਈ ਫਿਰੇ, ਬਾਹਰੋਂ ਕੋਈ ਖਿੰਥਾ ਧਾਰਨ ਕਰੀ ਫਿਰੇ, ਬਾਹਰੋਂ ਕੋਈ ਕਈ ਪ੍ਰਕਾਰ ਦੇ ਧਾਰਮਿਕ ਲਿਬਾਸ ਧਾਰਨ ਕਰੀ ਫਿਰੇ, ਜੇ ਮਨ ਵਿਕਾਰਾਂ ਵਿੱਚ ਖਚਤ ਹੈ ਤੇ ਫਿਰ ਬਾਹਰਲੇ ਲਿਬਾਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਬਾਹਰਲੇ ਲਿਬਾਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸਾਚ ਸੰਗ ਰੰਚਿਕ ਨੈ ਰਾਚਾ। ਤੇ ਜੇ ਕੱਲਾ ਬਾਹਰੋਂ ਹੀ ਭੇਖ ਧਾਰਨ ਕੀਤਾ, ਭੇਖੀ ਬਣਿਆ ਹੋਇਆ ਤੇ ਹਿਰਦਾ ਸੱਚ ਵਿੱਚ ਨਹੀਂ ਜੁੜਿਆ, ਤਨਕ ਮਾਤਰ ਵੀ ਸੱਚ ਨੂੰ ਹਿਰਦੇ ਵਿੱਚ ਗ੍ਰਹਿਣ ਨਹੀਂ ਕੀਤਾ, ਸਹੇ ਸੀਸ ਜਮ ਡੰਡ ਵਿਸਾਲਾ। ਫਿਰ ਇਹੋ ਜਿਹੇ ਜਿਹੜੇ ਭੇਖੀ ਹੁੰਦੇ ਨੇ ਪੰਡਤ ਜੀ, ਉਹਨਾਂ ਨੂੰ ਜਮ ਦਾ ਡੰਡਾ ਝੱਲਣਾ ਪੈਂਦਾ ਹੈ। ਭੇਖੀਆਂ ਨੂੰ ਜਮ ਦੇ ਦੰਡ ਦੀ ਮਾਰ ਝੱਲਣੀ ਪੈਂਦੀ ਹੈ। ਪਾਤਸ਼ਾਹ ਦੇ ਬਚਨ ਨੇ ਕਲਗੀਧਰ ਸੁਆਮੀ ਜੀ ਦੇ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਹ ਲੀਨ। ਉਹਨਾਂ ਨੂੰ ਅੰਤ ਵੇਲੇ ਜਮਾਂ ਦੀ ਮਾਰ ਝੱਲਣੀ ਪੈਂਦੀ ਹੈ। ਸਦਾ ਫਸੇ ਤ੍ਰਿਸ਼ਨਾ ਕੀ ਜਾਲਾ। ਔਰ ਇਦਾਂ ਦੇ ਭੇਖੀ ਸਦਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਤ੍ਰਿਸ਼ਨਾ ਦੇ ਜਾਲ ਵਿੱਚ ਫਸੇ ਰਹਿੰਦੇ ਹਨ। ਕਾਮ ਕ੍ਰੋਧ ਮਦ ਮਾਨ ਮਲੀਨੇ। ਉਹਨਾਂ ਦਾ ਹਿਰਦਾ ਕਾਮ ਨਾਲ, ਕ੍ਰੋਧ ਨਾਲ, ਹੰਕਾਰ ਨਾਲ, ਮੋਹ ਨਾਲ, ਇਹੋ ਜਿਹੇ ਵਿਕਾਰਾਂ ਦੇ ਨਾਲ ਮਲੀਨ ਹੋ ਰਿਹਾ ਹੁੰਦਾ ਹੈ। ਨਿਜ ਸਰੂਪ ਲਖੇ ਨਾ ਮਤਹੀਨੇ। ਇਹੋ ਜਿਹੇ ਜਿਹੜੇ ਮਤਹੀਣੇ ਨੇ ਬ੍ਰਹਮਦਾਸ, ਉਹ ਆਪਣੇ ਨਿਜ ਸਰੂਪ ਨੂੰ ਨਹੀਂ ਜਾਣ ਸਕਦੇ। ਉਹਨਾਂ ਨੂੰ ਆਪਣੇ ਸਰੂਪ ਦੀ ਕੋਈ ਸੋਝੀ ਨਹੀਂ ਹੁੰਦੀ, ਉਹ ਨਿਜ ਸਰੂਪ ਤੋਂ ਵਿਹੂਣੇ ਹੁੰਦੇ ਹਨ। ਪੂਰਬ ਪੁੰਨ ਪੁੰਜ ਹੋਏ ਜਬਈ। ਹਾਂ ਬ੍ਰਹਮਦਾਸ, ਜਦੋਂ ਕਿਤੇ ਇਹੋ ਜਿਹੇ ਪ੍ਰਾਣੀ ਦੇ, ਜਿਹੜਾ ਭਟਕਦਾ ਫਿਰਦਾ ਹੋਵੇ, ਭਰਮਦਾ ਫਿਰਦਾ ਹੋਵੇ, ਜਦੋਂ ਕਿਤੇ ਐਸੇ ਪ੍ਰਾਣੀ ਦੇ ਕੋਈ ਪੂਰਬਲੇ ਜਨਮਾਂ ਦੇ ਕਰਮ ਅੰਕੁਰਿਤ ਹੁੰਦੇ ਨੇ, ਜਾਗਦੇ ਹਨ, ਮਿਲੇ ਕਿਰਪਾ ਕਰ ਸਤਿਗੁਰ ਤਬਈ। ਫਿਰ ਗੁਰੂ ਆਪ ਕਿਰਪਾ ਕਰਕੇ ਐਸੇ ਪ੍ਰਾਣੀਆਂ ਨੂੰ ਮਿਲਦਾ ਤੇ ਉਹਨਾਂ ਦੀ ਭਟਕਣ ਚੋਂ ਉਹਨਾਂ ਨੂੰ ਕੱਢ ਕੇ ਭੁੱਲਿਆ ਹੋਇਆਂ ਨੂੰ ਮਾਰਗ ਤੇ ਪਾ ਦਿੰਦਾ ਹੈ। ਜਦੋਂ ਕਿਸੇ ਦੇ ਪੁੰਨ ਕਰਮ ਜਾਗਦੇ ਨੇ, ਫਿਰ ਗੁਰੂ ਕਿਰਪਾ ਕਰਕੇ ਮਿਲਦਾ ਹੈ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨ ਹੈ ਪਿਆ ਪਰਗਾਸਾ। ਵੱਡਿਆਂ ਭਾਗਾਂ ਕਰਕੇ ਗੁਰੂ ਮਿਲਦਾ ਹੈ। ਜਦੋਂ ਪੁੰਨ ਕਰਮ ਕਿਸੇ ਦੇ ਜਾਗਦੇ ਨੇ, ਫਲੀਭੂਤ ਹੁੰਦੇ ਨੇ, ਫਿਰ ਗੁਰੂ ਕਿਰਪਾ ਕਰਕੇ ਉਸ ਨੂੰ ਮਿਲਦਾ ਹੈ। ਨਿਜ ਸਰੂਪ ਕੋ ਦੇਹ ਦਿਖਾਈ। ਗੁਰੂ ਸਾਹਿਬ ਕਿਰਪਾ ਕਰਕੇ ਉਹਨੂੰ ਉਹਦਾ ਨਿਜ ਸਰੂਪ ਲਿਖਾ ਦਿੰਦੇ ਨੇ, ਜਣਾ ਦਿੰਦੇ ਨੇ ਕਿ ਤੂੰ ਬ੍ਰਹਮ ਹੈ, ਕਿੱਥੇ ਜੀਵ ਸਮਝੀ ਬੈਠਾ ਆਪਣੇ ਆਪ ਨੂੰ। ਤੂੰ ਤਾਂ ਆਤਮਾ ਸਰੂਪ ਹੈ, ਤੂੰ ਤਾਂ ਪਰਮਾਤਮਾ ਸਰੂਪ ਹੈ, ਤੂੰ ਕਿੱਥੇ ਭਟਕਣ 'ਚ ਪਿਆ ਹੋਇਆ। ਗੁਰੂ ਪਾਤਸ਼ਾਹ ਫਿਰ ਆਪ ਕਿਰਪਾ ਕਰਕੇ ਆਪਣੀ ਸ਼ਰਨ ਆਏ ਉਸ ਸੇਵਕ ਨੂੰ ਉਹਦਾ ਸਰੂਪ ਬੁਝਾ ਦਿੰਦੇ ਨੇ। ਜਿਵੇਂ 10 ਬੰਦੇ ਨਦੀ ਪਾਰ ਕਰ ਰਹੇ ਸੀ,
ਨਦੀ ਪਾਰ ਕਰਕੇ ਕਿਨਾਰੇ ਤੇ ਪਹੁੰਚੇ। ਕਹਿੰਦੇ ਗਿਣਤੀ ਕਰ ਲਈਏ, ਕੋਈ ਰੁੜ ਤਾਂ ਨਹੀਂ ਗਿਆ। ਗਿਣਤੀ ਕੀਤੀ 1 2 3 4 9 ਤੱਕ ਗਿਣਿਆ। ਜਿਹੜਾ ਗਿਣ ਰਿਹਾ ਸੀ ਉਹ ਆਪਣੇ ਆਪ ਨੂੰ ਵਿੱਚ ਗਿਣੇ ਨਾ, ਕਹਿੰਦਾ 9 ਬੰਦੇ ਰਹਿ ਗਏ, 1 ਰੁੜ ਗਿਆ। ਹਾਏ ਦੁਹਾਈ ਕਰਕੇ ਪਿੱਟਣ ਲੱਗ ਪਏ। ਜਿਉਂ ਸਵੇਰ ਤੋਂ ਦੁਪਹਿਰ ਤੱਕ ਰੋਣਾ ਧੋਣਾ ਸਮਝ ਨਾ ਪਵੇ, ਬੰਦਾ ਰੁੜ ਗਿਆ ਸਾਡਾ 1, 9 ਰਹਿ ਗਏ। ਅਸੀਂ ਤਾਂ 10 ਜਣੇ ਸਾਂ। ਇਤਨੇ ਨੂੰ ਕੋਈ ਮੁਸਾਫਰ, ਕੋਈ ਪਰਉਪਕਾਰੀ ਬਿਰਤੀ ਵਾਲਾ ਵਿਅਕਤੀ ਕੋਲ ਆਇਆ। ਰੋਂਦਿਆਂ ਕੁਰਲਾਉਂਦਿਆਂ ਨੂੰ ਵੇਖ ਕੇ ਪੁੱਛਦਾ, ਕੀ ਗੱਲ ਹੈ? ਕਹਿਣ ਲੱਗੇ, ਜੀ ਸਾਡਾ ਇੱਕ ਸਾਥੀ ਪਾਣੀ 'ਚ ਰੁੜ ਗਿਆ, ਅਸੀਂ 10 ਜਣੇ ਸੀ, 9 ਰਹਿ ਗਏ। ਉਹ ਕਹਿੰਦਾ, ਠਹਿਰੋ ਮੈਂ ਗਿਣਤੀ ਕਰਾਂ। ਗਿਣਤੀ ਕੀਤੀ 1 2 3 4। ਜਿਹੜਾ 10ਵਾਂ ਆਪਣੇ ਆਪ ਨੂੰ ਗਿਣਦਾ ਨਹੀਂ ਸੀ ਉਹਦੇ ਸਮੇਤ ਗਿਣਿਆ ਵੀ 10, ਵੀ ਤੁਸੀਂ ਤਾਂ 10 ਪੂਰੇ ਹੋ। ਉਹ ਆਖੇ ਵੀ 10ਵਾਂ ਕਿਹੜਾ? ਉਹਨੇ ਆਖਿਆ 10ਵਾਂ ਤੂੰ ਹੈ। ਉਹਨੂੰ ਫਿਰ ਆਪਣੇ ਆਪ ਦੀ ਸੋਝੀ ਆਈ ਕਿ ਮੈਂ 10ਵਾਂ ਹਾਂ। ਇੱਕਦਮ ਹਰਸ਼ ਵਿੱਚ, ਖੁਸ਼ੀ ਵਿੱਚ ਆ ਗਿਆ ਵੀ ਸਾਡਾ ਕੋਈ ਬੰਦਾ ਨਹੀਂ ਰੁੜਿਆ। ਇਨ ਬਿਨ ਇਸੇ ਤਰ੍ਹਾਂ ਮਨੁੱਖ ਆਪਣੇ ਨਿਜ ਸਰੂਪ ਨੂੰ ਭੁੱਲਿਆ ਹੋਇਆ, ਮੈਂ ਕੀ ਹਾਂ ਆਪਣਾ ਸਰੂਪ ਨਾ ਜਾਣਦਾ ਹੋਇਆ, ਸੰਸਾਰ ਬਾਰੇ ਜਾਣਦਾ। ਇਹ ਫਲਾਣਾ ਹੈ, ਇਹ ਅਮਕਾ ਹੈ, ਇਹ ਗੋਰਾ ਹੈ, ਇਹ ਕਾਲਾ ਹੈ, ਇਹ ਫਲਾਣੀ ਜਾਤੀ ਦਾ, ਫਲਾਣੇ ਵਰਣ ਦਾ, ਫਲਾਣੇ ਦੇਸ਼ ਦਾ, ਫਲਾਣੇ ਰੰਗ ਦਾ, ਫਲਾਣੀ ਬੋਲੀ ਬੋਲਣ ਵਾਲਾ। ਦੂਜਿਆਂ ਬਾਰੇ ਸਭ ਕੁਝ ਜਾਣਦਾ, ਆਪਣੇ ਨਿਜ ਆਪੇ ਬਾਰੇ ਨਾ ਜਾਣਨੇ ਕਰਕੇ ਭਟਕਦਾ ਫਿਰਦਾ, ਚਿੰਤਾ ਤੋਰਾ ਭਰਮ ਵਿੱਚ ਹੈ। ਇਸੇ ਦਾ ਕੀਤਾ ਹੋਇਆ ਕੋਈ ਚੰਗਾ ਕਰਮ ਜਾਗਦਾ, ਅਕਸ਼ਮਾਤਰ ਗੁਰੂ ਸਾਹਿਬ ਜੀ ਦਇਆ ਕਰਕੇ ਮਿਲ ਜਾਂਦੇ ਆ। ਤੇ ਜਦੋਂ ਮਿਲਦੇ ਆ ਤੇ ਮਹਾਰਾਜ ਜੀ ਕਹਿੰਦੇ ਆ, ਬਾਕੀ ਸਾਰਿਆਂ ਬਾਰੇ ਜਾਣਦਾ ਪਰ ਅਸਲ ਵਿੱਚ ਤੂੰ ਹੀ ਬ੍ਰਹਮ ਸਵਰੂਪ ਹੈ, ਤੂੰ ਬ੍ਰਹਮ ਹੈ। ਇਤਨਾ ਕਹਿੰਦਿਆਂ ਸਾਰ, ਗੁਰੂ ਦੇ ਮੁਖ ਤੋਂ ਸੁਣਦਿਆਂ ਸਾਰ ਇਹਨੂੰ ਆਪਣੇ ਨਿਜ ਸਰੂਪ ਦਾ ਸਾਖਸ਼ਾਤਕਾਰ ਹੋ ਜਾਂਦਾ ਹੈ ਔਰ ਇਹਦੀ ਭਟਕਣ ਮਿਟ ਜਾਂਦੀ ਹੈ। ਪੰਡਤ ਜੀ, ਗੁਰੂ ਤੋਂ ਬਿਨਾਂ ਆਪਣੇ ਨਿਜ ਆਪੇ ਦੀ ਸੋਝੀ ਨਹੀਂ ਹੁੰਦੀ। ਜਦੋਂ ਗੁਰੂ ਮਿਲਦਾ ਹੈ, ਗੁਰੂ ਕਿਰਪਾ ਕਰਕੇ ਇਸ ਨੂੰ ਆਪਣਾ ਭੁੱਲਿਆ ਹੋਇਆ ਸਰੂਪ ਜਣਾ ਦਿੰਦਾ ਹੈ। ਭਰਮ ਕਰਮ ਤੇ ਲਹੀ ਛੁਡਾਈ। ਭਰਮ ਦੇ ਕਰਮਾਂ ਤੋਂ ਗੁਰੂ ਫਿਰ ਛੁਡਾ ਲੈਂਦਾ ਆਪਣੇ ਸਿੱਖ ਨੂੰ, ਆਪਣੇ ਸੇਵਕ ਨੂੰ। ਹੰਤਾ ਤਿਆਗ ਸਰਬ ਦੁਖ ਹਰਹੀ। ਉਹਦੀ ਹੰਗਤਾ ਦਾ ਤਿਆਗ ਕਰਵਾ ਕੇ ਉਹਦੇ ਸਾਰੇ ਦੁੱਖ ਗੁਰੂ ਹਰ ਲੈਂਦਾ ਹੈ। ਪਰਾ ਲਬਦ ਸੋ ਪੁੰਚਨ ਕਰਈ। ਔਰ ਫਿਰ ਜਿਹੜੀ ਪਰਾ ਲਬਦ ਹੈ ਉਹਨੂੰ ਸਿੱਖ ਭੋਗਦਾ, ਕਿਉਂਕਿ ਪਰਾ ਲਬਦ ਭੋਗਣੀ ਹੀ ਪਵੇਗੀ, ਅਤੀ ਅਵਸ਼ਕ ਹੈ। ਪਰਾ ਲਬਦ ਭੋਗੇ ਬਿਨਾ ਨਸ਼ਟ ਨਹੀਂ ਹੋਣੀ, ਭੋਗੇ ਬਿਨ ਨਾਸਾ ਨਹੀਂ। ਕਰਮ ਗਤੀ ਬਲਵਾਨ ਗਹਿਣੋ ਕਰਮ ਗਤੀ। ਜਿਹੜੀ ਪਰਾ ਲਬਦ ਹੈ ਇਹ ਭੋਗਣੀ ਪਵੇਗੀ। ਇਹਨੂੰ ਭੋਗਣ ਤੋਂ ਬਾਅਦ ਕਾਈ ਵਸਤ ਕੀ ਕਰੀ ਨ ਆਸਾ। ਕਿਸੇ ਵਸਤੂ ਨੂੰ ਆਉਂਦਿਆਂ ਵੇਖ ਕੇ ਉਹਦੀ ਆਸ ਨਹੀਂ ਕਰਦਾ ਕਿ ਮੇਰੇ ਕੋਲ ਕੋਈ ਵਸਤੂ ਆਵੇ। ਜਿਹੜਾ ਕੇਵਲ ਪਰਾ ਲਬਦ ਤੇ ਸੰਤੁਸ਼ਟ ਹੁੰਦਾ ਨਾ, ਉਹ ਇਹ ਨਹੀਂ ਵੇਖਦਾ ਕਿ ਕੋਈ ਵਸਤੂ ਆ ਰਹੀ ਹੈ ਤੇ ਆਉਂਦੀ ਵਸਤੂ ਨੂੰ ਵੇਖ ਕੇ ਉਹਦੀ ਆਸ ਕਰੇ। ਹਿਰਦੇ ਆਨੰਦ ਸਦੀਵ ਨਿਰਾਸਾ। ਔਰ ਹਮੇਸ਼ਾ ਹਿਰਦੇ 'ਚ ਆਨੰਦਿਤ ਹੋ ਕੇ ਰਹਿੰਦਾ ਤੇ ਨਿਰਾਸ ਹੋ ਕੇ ਰਹਿੰਦਾ। ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ। ਕਿਉਂਕਿ ਆਸਾ ਵਿੱਚ ਅਤ ਦੁੱਖ ਘਣਾ, ਮਨ ਮੁਖ ਚਿਤ ਲਾਇਆ। ਆਸਾ ਵਿੱਚ ਦੁੱਖ ਹੈ। ਗੁਰਮੁਖ ਨਿਰਾਸ ਹੋ ਜਾਂਦੇ ਨੇ, ਕੋਈ ਆਸ ਆਪਣੇ ਹਿਰਦੇ 'ਚ ਨਹੀਂ ਰੱਖਦੇ ਔਰ ਪਰਮ ਆਨੰਦ ਵਿੱਚ ਵਿਲੀਨ ਰਹਿੰਦੇ ਹਨ। ਇਉਂ ਸੁਨ ਪੰਡਿਤ ਬੰਧਨ ਕੀਨੀ। ਜਦੋਂ ਪੰਡਤ ਨੇ ਗੁਰਦੇਵ ਦੇ ਮੁਖੋਂ ਇਹ ਬਚਨ ਸੁਣੇ, ਬੜੇ ਸ਼ਾਸਤਰ ਪੜ੍ਹੇ ਸੀ, ਬੜੇ ਵੇਦ ਪੜ੍ਹੇ ਸੀ, ਪੁਰਾਣ ਪੜ੍ਹੇ ਸੀ, ਬੜੇ ਬੜੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਸੀ, ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਮਨ ਨੂੰ ਸੰਤੁਸ਼ਟੀ ਨਹੀਂ ਸੀ ਹੋਈ। ਅੱਜ ਗੁਰੂ ਬਾਬਾ ਦੇ ਮੁਖ ਤੋਂ, ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਬਚਨ ਸੁਣਦਿਆਂ ਹਿਰਦਾ ਠੰਡਾ ਠਾਰ ਤੇ ਸ਼ੀਤਲ ਹੋ ਗਿਆ। ਬ੍ਰਹਮਦਾਸ ਪੰਡਤ ਗੁਰੂ ਚਰਨਾਂ 'ਚ ਝੁਕ ਗਿਆ, ਨਮਸਕਾਰ ਕਰਨ ਲੱਗਾ। ਹਿਰਦੇ ਦ્વੈਤ ਮਤ ਰਹਿ ਗਈ ਭੀਨੀ। ਫਿਰ ਵੀ ਹਿਰਦੇ ਵਿੱਚ ਦ્વੈਸ਼ ਹੈ, ਫਿਰ ਵੀ ਹਾਲੇ ਹਿਰਦੇ 'ਚ ਦ્વੈਤ ਹੈ। ਅੰਤਰਜਾਮੀ ਜਾਨੀ ਉਰ ਕੀ। ਅੰਤਰਜਾਮੀ ਸਤਿਗੁਰਾਂ ਨੇ ਜਾਣਿਆ ਕਿ ਬ੍ਰਹਮਦਾਸ ਦੇ ਹਿਰਦੇ 'ਚ ਹਾਲੇ ਵੀ ਦ્વੈਤ ਰਹਿ ਗਈ ਹੈ, ਹਾਲੇ ਹਿਰਦਾ ਪੂਰਾ ਸ਼ੁੱਧ ਨਹੀਂ ਹੋਇਆ।
ਹਾਲੇ ਹਿਰਦਾ ਪੂਰਾ ਸਾਫ਼ ਨਹੀਂ ਹੋਇਆ। ਮਹਾਰਾਜ ਜੀ ਜਾਣੀ ਜਾਣ ਗਏ। ਅਸਕੋ ਤਾਬ ਸਈ ਸਤਿਗੁਰ ਕੀ। ਐਸਾ ਕੌਣ ਹੈ ਜਿਹੜਾ ਮੇਰੇ ਸਾਹਿਬ ਦੀ ਤਾਬ ਨੂੰ ਚੱਲੇ? ਕਿਹੜਾ ਚੱਲੇ ਗੁਰੂ ਦੀ ਚਾਲਾ? ਐਸਾ ਕਿਹਦੇ ਚ ਤਾਬ ਤੇ ਤੇਜ ਹੈ ਜਿਹੜਾ ਸਤਿਗੁਰਾਂ ਦੀ ਚਾਲ ਨੂੰ ਚੱਲ ਸਕੇ? ਕਯੋ ਬਚਨ ਪੰਡਿਤ ਕਿਤ ਜਾਵੋ। ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਹਾਂਜੀ, ਕਯੋ ਬਚਨ ਪੰਡਿਤ ਕਿਤ ਜਾਵੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੰਡਤ ਜੀ ਕਿਤੇ ਜਾਵੋ, ਆਪਣੋ ਗੁਰੂ ਕਰੋ ਜਿਤ ਪਾਵੋ। ਤੇ ਜਾ। ਕਿਉਂਕਿ ਇਹਨੇ ਇਹ ਨਹੀਂ ਸੋਚਿਆ ਵੀ ਜਿਹੜੇ ਸਤਿਗੁਰੂ ਜੀ ਕਹਿ ਰਹੇ ਨੇ ਵੀ ਗੁਰੂ ਕੀਤੇ ਬਿਨਾ ਮੁਕਤੀ ਨਹੀਂ ਹੋਣੀ, ਉਹਨਾਂ ਨੂੰ ਹੀ ਗੁਰੂ ਧਾਰਨ ਕਰ ਲਵਾਂ। ਹਾਲੇ ਵੀ ਦਵੈਤ ਸੀ। ਮਹਾਰਾਜ ਜੀ ਕਹਿੰਦੇ, ਪੰਡਤ ਜੀ ਜਾਓ, ਕਿਤੇ ਇੱਥੋਂ ਅੱਗੇ ਲੰਘ ਜਾਓ ਤੇ ਜਾ ਕੇ ਕਿਤੇ ਆਪਣਾ ਗੁਰੂ ਲੱਭੋ ਤੇ ਗੁਰੂ ਧਾਰਨ ਕਰੋ। ਸੁਨੋ ਸੰਤ ਅਬ ਕੈਠਾਂ ਜਾਈ। ਪੰਡਤ ਬ੍ਰਹਮਦਾਸ ਜੀ ਬੋਲੇ, ਕਹਿਣ ਲੱਗੇ, ਸੰਤ ਜੀ ਕਿੱਥੇ ਜਾਵਾਂ? ਮੈਨੂੰ ਤਾਂ ਨਹੀਂ ਪਤਾ ਗੁਰੂ ਕਿੱਥੇ ਮਿਲੇਗਾ। ਸਾਹਮਣੇ ਗੁਰੂ ਪਾਤਸ਼ਾਹ ਬੈਠੇ ਨੇ, ਉਹ ਨਹੀਂ ਨਜ਼ਰੀ ਆਉਂਦੇ। ਕਹਿੰਦਾ, ਸੰਤ ਜੀ ਕਿਰਪਾ ਕਰਕੇ ਦੱਸੋ ਕਿਹੜੀ ਥਾਂ ਤੇ ਜਾਵਾਂ, ਮੈਨੂੰ ਕਿੱਥੇ ਗੁਰੂ ਮਿਲੇਗਾ, ਕਿੱਥੇ ਭਾਲਾਂਗਾ ਗੁਰੂ ਨੂੰ? ਗੁਰੂ ਕਰੋ ਤੁਮ ਦਿਓ ਬਤਾਈ। ਤੁਸੀਂ ਆਪ ਹੀ ਦੱਸ ਦਿਓ, ਮੈਂ ਜਿੱਥੇ ਜਾਵਾਂ ਤੇ ਜਾ ਕੇ ਮੈਨੂੰ ਉਹ ਮਿਲਣ ਤੇ ਮੈਂ ਉਹਨਾਂ ਨੂੰ ਗੁਰੂ ਧਾਰਨ ਕਰ ਲਵਾਂ। ਸੁਨ ਪੁਨ ਬੋਲੇ ਕਿਰਪਾ ਨਿਦਾਨਾ। ਸੁਣ ਕੇ ਕਿਰਪਾ ਨਿਧਾਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਇਤ ਦਿਸ਼ ਜਾਵੋ ਬੜੀ ਉਦਿਆਨਾ। ਮਹਾਰਾਜ ਜੀ ਨੇ ਇਸ਼ਾਰਾ ਕੀਤਾ, ਕਹਿੰਦੇ ਆ ਇਧਰਲੇ ਪਾਸੇ ਨੂੰ ਚਲਾ ਜਾ, ਉਦਿਆਨ ਹੈ, ਜੰਗਲ ਹੈ ਦੂਰ ਤਾਈਂ। ਬੈਠੇ ਸੰਤ ਚਾਰ ਤੈ ਥਾਈ। ਜਦੋਂ ਉਧਰ ਜਾਏਗਾ ਜੰਗਲ ਵਿੱਚ ਤੇ ਤੈਨੂੰ ਚਾਰ ਸੰਤ ਬੈਠੇ ਮਿਲਣਗੇ। ਮਹਾਰਾਜ ਜੀ ਕਹਿੰਦੇ, ਇਸ ਪਾਸੇ ਨਿਕਲ ਜਾ, ਜੰਗਲ 'ਚ ਜਾਏਗਾ, ਟੁਰਦਾ ਟੁਰਦਾ ਰਸਤੇ ਵਿੱਚ ਤੈਨੂੰ ਚਾਰ ਮਹਾਤਮਾ ਸੰਤ ਬੈਠੇ ਮਿਲਣਗੇ। ਤਿਨ ਪੂਛੋ ਸੋ ਦੇਹ ਬਤਾਈ। ਉਹਨਾਂ ਨੂੰ ਜਾ ਕੇ ਪੁੱਛੀ ਕਿ ਮੈਂ ਗੁਰੂ ਧਾਰਨ ਕਰਨਾ, ਉਹ ਤੈਨੂੰ ਦੱਸਣਗੇ ਵੀ ਜਾ ਕੇ ਗੁਰੂ ਧਾਰਨ ਕਰ ਲੈ। ਉਹ ਤੈਨੂੰ ਦੱਸਣਗੇ ਵੀ ਤੂੰ ਕਿਹੜਾ ਗੁਰੂ ਧਾਰਨ ਕਰਨਾ, ਕਿਉਂਕਿ ਤੇਰੇ ਅੰਦਰ ਹਾਲੇ ਜਿਹੋ ਜੀ ਬਿਰਤੀ ਹੈ, ਉਸ ਬਿਰਤੀ ਦੇ ਮੁਤਾਬਕ ਤੈਨੂੰ ਉਹਨਾਂ ਨੇ ਦੱਸਣਾ ਵੀ ਗੁਰੂ ਧਾਰਨ ਕਰ ਲੈ, ਕਿਹੜਾ ਕਿਹੋ ਜਿਹਾ ਗੁਰੂ ਚਾਹੀਦਾ ਤੈਨੂੰ, ਜਿਹੋ ਜੀ ਤੇਰੀ ਬਿਰਤੀ ਹੈ। ਇਸ ਕਰਕੇ ਉਹਨਾਂ ਸੰਤਾਂ ਕੋਲ ਜਾ, ਉਹ ਤੈਨੂੰ ਦੱਸਣਗੇ। ਜਿੱਧਰ ਕਹਿਣਗੇ ਜਾਣ ਨੂੰ ਗੁਰੂ ਧਾਰਨ ਕਰਨ ਨੂੰ, ਉਧਰ ਚਲਾ ਜਾਈ। ਤਬ ਪੰਡਿਤ ਗਮਨਿਓ ਤਿਸ ਪਾਸਾ। ਇਹ ਪੰਡਤ ਜੀ ਉਸੇ ਵੇਲੇ ਉੱਥੋਂ ਚੱਲ ਪਏ। ਦੇਖੇ ਜਾਏ ਸੰਤ ਸੁਖ ਰਾਸਾ। ਗਿਆ ਥੋੜਾ ਜਿਹਾ ਪੈਂਡਾ ਤੈਅ ਕਰਕੇ ਜੰਗਲ ਵਿੱਚ ਚਾਰ ਸੰਤ ਬੈਠੇ ਨੇ। ਸੰਤ ਵੀ ਕਾਹਦੇ? ਚਿਹਰੇ ਦਗ-ਦਗ ਕਰਦੇ ਨੇ ਉਹਨਾਂ ਮਹਾਤਮਾਵਾਂ ਦੇ। ਕੁਝ ਰੂਹਾਂ ਹਨ ਐਸੀਆਂ ਬੰਦਗੀ ਦੇ ਰੰਗ ਵਿੱਚ ਰੰਗੀਆਂ ਹੋਈਆਂ। ਇਹ ਪੰਡਤ ਜੀ ਉਹਨਾਂ ਦੇ ਕੋਲ ਪਹੁੰਚੇ। ਕਹੀ ਹਕੀਕਤ ਬੰਧਨ ਕਰਕੇ। ਇਹਨੇ ਜਾ ਕੇ ਉਹਨਾਂ ਸੰਤਾਂ ਨੂੰ ਬੰਦਨਾ ਕੀਤੀ, ਆਪਣੇ ਆਉਣ ਦੀ ਹਕੀਕਤ ਦੱਸੀ। ਦੁਬਿਧਾ ਰਿਓ ਹਿਰਦੇ ਮੈਂ ਭਰ ਕੇ। ਕਿਉਂਕਿ ਦੁਬਿਧਾ ਹਾਲੇ ਵੀ ਹਿਰਦੇ ਵਿੱਚ ਸੀ ਪੰਡਤ ਜੀ ਦੇ। ਦਵੈਸ਼ ਜਿਹਨੂੰ ਦੁਬਿਧਾ ਕਹਿੰਦੇ ਆ, ਉਹ ਦੁਬਿਧਾ ਹਾਲੇ ਵੀ ਇਹਦੇ ਮਨ ਵਿੱਚ ਸੀ, ਨਿਰਣਾ ਨਹੀਂ ਸੀ ਕਰ ਪਾ ਰਿਹਾ। ਬੋਲੇ ਸੰਤ ਜਾਣ ਤੈ ਹਿਤਾ। ਉਹ ਸੰਤ ਇਹਦਾ ਹਿੱਤ ਜਾਣਦਿਆਂ ਹੋਇਆ ਬੋਲੇ, ਕਹਿਣ ਲੱਗੇ, ਤਬ ਗੁਰ ਆਗੇ ਬੀਚ ਨਿਕੇਤਾ। ਕਹਿਣ ਲੱਗੇ, ਜਿਹੋ ਜੇ ਤੇਰੇ ਅੰਦਰ ਬਿਰਤੀ ਹੈ ਨਾ ਪੰਡਤ ਜੀ, ਉਹ ਸਾਹਮਣੇ ਇੱਕ ਕੋਠਾ ਦਿਸਦਾ। ਬ੍ਰਹਮਦਾਸ ਕਹਿੰਦਾ, ਜੀ ਹਾਂ। ਸੰਤ ਕਹਿੰਦੇ, ਉਸ ਕੋਠੇ 'ਚ ਤੇਰਾ ਗੁਰੂ ਮਿਲੇਗਾ ਤੈਨੂੰ, ਜਿਹੜਾ ਤੈਨੂੰ ਚਾਹੀਦਾ ਹੈ ਤੇਰੀ ਬਿਰਤੀ ਦੇ ਮੁਤਾਬਕ। ਜਿਹੋ ਜੇ ਤੇਰੇ ਅੰਦਰ ਬਿਰਤੀ ਹੈ, ਉਹਦੇ ਮੁਤਾਬਕ ਜਿਹੋ ਜਿਹਾ ਤੈਨੂੰ ਗੁਰੂ ਚਾਹੀਦਾ ਨਾ ਇਸ ਵੇਲੇ, ਉਹ ਉਸ ਕੋਠੇ ਦੇ ਵਿੱਚ ਮਿਲੇਗਾ। ਨਿਸ ਦਿਨ ਜਾਮੇ ਰਹੇ ਹਿਤ ਧਾਰੀ। ਤੇਰਾ ਗੁਰੂ ਜਿਹੜਾ ਹੈ ਇਸ ਵੇਲੇ ਤੇਰੇ ਮਨ ਵਿੱਚ, ਉਹੀ ਮਿਲੇਗਾ ਤੈਨੂੰ, ਜਿਹਨੂੰ ਤੂੰ ਰਾਤ ਦਿਨ ਆਪਣੇ ਮਨ 'ਚ ਵਸਾਈ ਬੈਠਾ ਨਾ। ਤੇਰਾ ਗੁਰੂ ਜਿਹੜਾ ਇਸ ਵੇਲੇ ਬਣਿਆ ਹੋਇਆ ਤੇਰੇ ਮਨ ਦਾ, ਉਹ ਗੁਰੂ ਤੈਨੂੰ ਉਸ ਕੋਠੇ 'ਚ ਮਿਲੇਗਾ। ਕਰੋ ਗੁਰੂ ਤੇ ਜਾਏ ਅਗਾਰੀ। ਹੁਣ ਤਾਈਂ ਤਾਂ ਤੇਰੇ ਮਨ ਵਿੱਚ ਸੀ ਉਹ, ਹੁਣ ਉਹ ਤੈਨੂੰ ਬਾਹਰ ਮਿਲੇਗਾ ਪ੍ਰਗਟ ਰੂਪ 'ਚ। ਜਾ ਉਹਨੂੰ ਜਾ ਕੇ ਆਪਣਾ ਗੁਰੂ ਕਰ ਲੈ, ਗੁਰੂ ਬਣਾ ਲੈ। ਸੁਨ ਪੰਡਿਤ ਆਗੇ ਜਬ ਗਇਓ। ਉਹਨਾਂ ਮਹਾਂਪੁਰਸ਼ਾਂ ਦੇ ਬਚਨ ਸੁਣ ਕੇ
ਇਹ ਪੰਡਤ ਜੀ ਉਹਨਾਂ ਦੇ ਦੱਸੇ ਮੁਤਾਬਕ ਅੱਗੇ ਗਏ। ਇੱਕ ਮੰਦਿਰ ਤਬ ਦੇਖਤ ਪਇਓ, ਇੱਕ ਛੋਟਾ ਜਿਹਾ ਕੋਠਾ ਮੰਦਿਰ ਟਾਈਪ ਬਣਿਆ ਹੋਇਆ ਸੀ। ਤੈ ਮੈਂ ਦੇਖੀ ਸੁੰਦਰ ਨਾਰੀ। ਇਹ ਅੰਦਰ ਗਿਆ, ਕੀ ਵੇਖਦਾ ਕਿ ਅੰਦਰ ਇੱਕ ਸੁੰਦਰ ਸਰੂਪ ਇਸਤਰੀ ਹੈ। ਊਕਨ ਕੇਰ ਸ਼ਿੰਗਾਰ ਸਿੰਗਾਰੀ। ਉਹਨੇ ਬੜੇ ਆਭੂਸ਼ਣ ਗਹਿਣੇ ਧਾਰਨ ਕੀਤੇ ਹੋਏ, ਹੱਥਾਂ 'ਚ ਸੋਨੇ ਦੇ ਗਹਿਣੇ, ਕੰਠ ਵਿੱਚ ਸੋਨੇ ਦੇ ਗਹਿਣੇ, ਮੱਥੇ ਤੇ ਸੋਨੇ ਦਾ ਮੁਕਟ, ਕਈ ਪ੍ਰਕਾਰ ਦੇ ਸੋਨੇ ਦੇ ਆਭੂਸ਼ਣ ਉਹਨੇ ਧਾਰਨ ਕੀਤੇ ਹੋਏ ਸਨ। ਵਸਤਰ ਕੁਸੁੰਬੀ ਪੈਰੇ ਸਾਰੇ। ਤੇ ਜਿਹੜੇ ਲਾਲ ਰੰਗ ਦੇ ਕਸੁੰਬੇ ਕੱਪੜੇ ਹੁੰਦੇ ਆ ਉਹ ਉਹਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਖਿਲਤ ਇਕੇਲੀ ਅਨੰਦ ਮਝਾਰੇ। ਉਹ ਬੜੇ ਆਨੰਦ ਵਿੱਚ ਖਿੜੀ ਹੋਈ ਬੈਠੀ ਹੈ, ਖੇੜੇ ਦੇ ਵਿੱਚ ਬੈਠੀ ਹੋਈ ਹੈ। ਪੰਡਿਤ ਹਿਰਦੇ ਅਸ ਅਨੁਮਾਨੀ। ਪੰਡਤ ਜਦੋਂ ਉੱਥੇ ਗਿਆ ਤੇ ਉਸ ਇਸਤਰੀ ਨੂੰ ਵੇਖ ਕੇ ਆਪਣੇ ਮਨ 'ਚ ਅਨੁਮਾਨ ਲਾਉਂਦਾ ਹੈ। ਸ਼ਕਤਵਾਨ ਇਹ ਅਸ ਪਹਿਚਾਨੀ। ਸੋਚਦਾ ਹੈ ਵੀ ਇਹ ਕੋਈ ਸ਼ਕਤੀਵਾਨ ਇਸਤਰੀ ਬੈਠੀ ਹੈ, ਕੋਈ ਪ੍ਰਤਾਪੀ ਸ਼ਕਤਵਾਨ ਇਸਤਰੀ ਹੈ। ਸਿਰ ਨਿਵਾਏ ਜਬ ਬੰਧਨ ਕੀਨੀ। ਉਹਨੂੰ ਜਾ ਕੇ ਨੇ ਸਿਰ ਨਵਾ ਕੇ ਜਦੋਂ ਮੱਥਾ ਟੇਕਿਆ, ਉਹਨੂੰ ਬੰਦਨਾ ਕੀਤੀ। ਤੈ ਪਨਈ ਏਕੇ ਸਿਰ ਦੀਨੀ। ਜਦੋਂ ਇਹਨੇ ਮੱਥਾ ਟੇਕਿਆ, ਉਸ ਇਸਤਰੀ ਦੇ ਹੱਥ ਵਿੱਚ ਜੁੱਤੀ ਸੀ, ਉਹਨੇ ਜ਼ੋਰ ਨਾਲ ਇਹਦੇ ਸਿਰ 'ਚ ਮਾਰੀ। ਇਹਨੇ ਸੋਚਿਆ ਵੀ ਸ਼ਾਇਦ ਇਹ ਹੀ ਗੁਰੂ ਹੋਵੇ ਜਿਹਦੇ ਬਾਰੇ ਕਹਿ ਰਹੇ ਨੇ। ਹਾਲਾਂਕਿ ਸੰਤਾਂ ਨੇ ਕਿਹਾ ਸੀ ਵੀ ਜਿਹਦੇ ਵਿੱਚ ਤੇਰਾ ਰਾਤ ਦਿਨ ਮਨ ਲੱਗਾ ਹੋਇਆ ਉਹ ਪ੍ਰਗਟ ਰੂਪ 'ਚ ਮਿਲੇਗਾ ਤੈਨੂੰ, ਅੰਦਰ ਜਾ। ਇਹਨੇ ਆਖਿਆ ਵੀ ਸ਼ਾਇਦ ਇਹੀ ਉਹ ਸ਼ਕਤੀਵਾਨ ਹੋਵੇਗੀ, ਇਸਤਰੀ ਹੈ ਗੁਰੂ ਰੂਪ ਵਿੱਚ। ਇਹਨੇ ਜਦੋਂ ਸਿਰ ਧਰਿਆ, ਉਹਨੇ ਵਗਾ ਕੇ ਸਿਰ 'ਚ ਜ਼ੋਰ ਨਾਲ, ਉਹਦੇ ਹੱਥ 'ਚ ਜੁੱਤੀ ਸੀ, ਜੁੱਤੀ ਮਾਰੀ। ਤੈਂ ਉੱਪਰ ਬਸ ਚਲਤ ਨ ਕੋ। ਹੁਣ ਉਹ ਇਸਤਰੀ ਸੀ, ਉਹਨੇ ਜੁੱਤੀ ਮਾਰੀ, ਇਹਦਾ ਅੱਗੇ ਵਸ ਨਾ ਚੱਲੇ ਵੀ ਇਹਦੇ ਨਾਲ ਹੁਣ ਕੀ ਲੜਾਂ, ਕੀ ਇਹਨੂੰ ਜਵਾਬ ਦਿਆਂ, ਕਿਵੇਂ ਇਹਨੂੰ ਅੱਗੋਂ ਪਲਟਵਾਂ ਬਚਨ ਕਹਾਂ। ਹਟਿਓ ਬਿਸੂਰਤ ਪਾਛੇ ਸੋ। ਉਹਨੇ 2-4 ਜੁੱਤੀਆਂ ਮਾਰੀਆਂ ਸਿਰ 'ਚ। ਬੜਾ ਝੂਰਦਾ ਹੋਇਆ ਨਾ ਮਨ 'ਚ, ਇਹ ਕੀ ਚੀਜ਼ ਸੀ, ਕਿਹੜੀ ਬਲਾ ਸੀ। ਮੈਂ ਇਹਨੂੰ ਆਖਿਆ ਨਹੀਂ ਕੁਝ, ਮੈਂ ਜਾਣਦਾ ਨਹੀਂ ਸੀ ਇਹਨੂੰ, ਕੀ ਵੈਰ ਕੱਢਿਆ ਇਹਨੇ ਮੇਰੇ ਨਾਲ। ਉਹ ਸੰਤਾਂ ਨੇ ਜਾਣ ਬੁੱਝ ਕੇ ਮੈਨੂੰ ਇਹਦੇ ਕੋਲ ਭੇਜਿਆ, ਕੀ ਮਸਲਾ ਹੈ, ਕਾਰਨ ਕੀ ਆ। ਬੜਾ ਝੂਰਦਾ ਹੋਇਆ ਜੁੱਤੀਆਂ ਸਿਰ 'ਚ ਖਾ ਕੇ ਪੰਡਤ ਜੀ ਵਾਪਸ ਮੁੜੇ। ਸੰਤਨ ਕੇ ਸਮੀਪ ਜਬ ਆਇਓ। ਉਹਨਾਂ ਸੰਤਾਂ ਦੇ ਕੋਲ ਫਿਰ ਵਾਪਸ ਆਇਆ। ਹਸੇ ਬਿਲੋਕਤ ਬਚਨੀ ਅਲਾਇਓ। ਉਹ ਸੰਤ ਪੰਡਤ ਜੀ ਵੱਲ ਵੇਖ ਕੇ ਹੱਸਣ ਲੱਗ ਪਏ। ਉਹ ਵੇਖ ਕੇ ਹੱਸਣ ਲੱਗ ਪਏ ਖਿੜਖੜਾ ਕੇ। ਹੱਸ ਕੇ ਉਹ ਬੋਲੇ, ਕਹਿਣ ਲੱਗੇ, ਕਿਉਂ ਤੂਰਨ ਤੂੰ ਮੁੜ ਕੇ ਆਵਾ। ਕਹਿਣ ਲੱਗੇ, ਬ੍ਰਹਮਦਾਸ ਜੀ ਬੜੀ ਛੇਤੀ ਵਾਪਸ ਪਰਤ ਆਏ ਹੋ, ਕੀ ਗੱਲ ਹੋ ਗਈ। ਹੁਣੇ ਤਾਂ ਹਲੇ ਗਏ ਸੀ, ਜਾ ਕੇ ਕੋਈ ਮਾੜੀ ਮੋਟੀ ਗਿਆਨ ਗੋਸ਼ਟੀ ਤਾਂ ਕਰਦਾ ਆਪਣੇ ਗੁਰੂ ਨਾਲ, ਜਿਹਦੇ ਨਾਲ ਰਾਤ ਦਿਨ ਮਨ 'ਚ ਧਿਆਨ ਲਾਇਆ ਹੋਇਆ ਸੀ। ਅੱਜ ਤੈਨੂੰ ਪ੍ਰਗਟ ਰੂਪ 'ਚ ਮਿਲਿਆ ਤੇ ਬਹਿ ਕੇ ਉਹਦੇ ਨਾਲ ਕੋਈ 4 ਗੱਲਾਂ ਤਾਂ ਕਰਦਾ। ਤੂੰ ਹੁਣੇ ਗਿਆ ਤੇ ਹੁਣੇ ਹੀ ਵਾਪਸ ਪਰਤ ਆਇਆ, ਕੀ ਗੱਲ ਹੋ ਗਈ। ਕਿਉ ਗੁਰੂ ਕਹਿ ਤੋਹਿ ਨਾ ਪਾਵਾ। ਆ ਤੈਨੂੰ ਮਿਲਿਆ ਉੱਥੇ ਕੋਈ ਗੁਰੂ ਕਿ ਨਹੀਂ ਮਿਲਿਆ, ਦੱਸ। ਪੰਡਿਤ ਲੱਜਿਤ ਬੋਲਿਓ ਬਾਨੀ। ਹੁਣ ਉਹ ਪੰਡਤ ਸ਼ਰਮਸਾਰ ਸੀ, ਕਿਵੇਂ ਦੱਸੇ ਵੀ ਔਰਤ ਸੀ, ਔਰਤ ਨੇ ਜੁੱਤੀਆਂ ਮਾਰੀਆਂ ਨੇ। ਬੜਾ ਸ਼ਰਮਿੰਦਾ ਜਿਹਾ ਹੋਇਆ, ਬੋਲਿਆ ਸਿਰ ਨੀਵਾਂ ਕਰਕੇ, ਤੈਂ ਕਰ ਮੈਂ ਇੱਕ ਨਾਰ ਮਹਾਨੀ। ਕਹਿਣ ਲੱਗਾ, ਸੰਤ ਜੀ ਸ਼ਰਮਸਾਰ ਬਾਤ ਹੈ, ਜਿਹੜੇ ਘਰ 'ਚ ਤੁਸੀਂ ਮੈਨੂੰ ਭੇਜਿਆ ਸੀ ਉਸ ਘਰ ਵਿੱਚ ਇੱਕ ਇਸਤਰੀ ਮਿਲੀ ਹੈ ਮੈਨੂੰ। ਕਰੂਰ ਸੁਭਾਵ ਆਏ ਜਿਸ ਕੇਰਾ। ਇਸਤਰੀ ਕਾਹਦੀ, ਉਹ ਤਾਂ ਬੜੀ ਕੁਲੱਛਣੀ ਸੀ, ਕਰੂਰ ਸੁਭਾਅ ਵਾਲੀ ਸੀ। ਉਹਨੇ ਮੈਨੂੰ ਇਹ ਨਹੀਂ ਪੁੱਛਿਆ ਤੂੰ ਕੌਣ ਹੈ, ਕਿੱਥੋਂ ਆਇਆ, ਕੋਈ ਜਲ ਪਾਣੀ ਛਕ ਲੈ। ਮੈਂ ਸਗੋਂ ਉਹਦਾ ਸਤਿਕਾਰ ਕੀਤਾ ਵੀ ਸ਼ਾਇਦ ਇਹ ਹੀ ਗੁਰੂ ਹੈ, ਮੱਥਾ ਟੇਕਿਆ, ਉਹਨੇ ਸਿਰ 'ਚ ਜੁੱਤੀਆਂ ਮਾਰੀਆਂ ਨੇ ਮੇਰੇ। ਬੜਾ ਹੈਰਾਨ ਹੋਇਆ ਮੈਂ ਵੇਖ ਕੇ। ਬੇਮੋਹਤਾਜੇ ਮਾਨ ਕਨੇਰਾ। ਤੇ ਉਹ ਤਾਂ ਬੇਮੋਹਤਾਜ ਆ, ਬੜੀ ਮਾਨੀ ਸੀ, ਬੜੀ ਹੰਕਾਰਨ ਹੋਈ ਇਸਤਰੀ ਸੀ। ਸੁਨ ਸੰਤਨ ਪੁਨ ਬੈਨ ਅਲਾਇਓ। ਸੁਣ ਕੇ ਉਹ ਸੰਤ ਬੋਲੇ, ਕਹਿਣ ਲੱਗੇ, ਸੋ ਗੁਰ ਤਵ ਜੈ ਮਨ ਲਾਇਓ। ਕਹਿਣ ਲੱਗੇ, ਪੰਡਤ ਜੀ ਉਹ ਤੁਹਾਡਾ ਗੁਰੂ ਸੀ ਜਿਹਦੇ ਨਾਲ ਤੂੰ ਮਨ ਲਾਇਆ ਹੋਇਆ ਹੁਣ ਤਾਈਂ, ਉਹੀ ਆ ਉਹ ਜਿਹਦੇ ਨਾਲ ਹੁਣ ਤੱਕ ਤੁਹਾਡਾ ਮਨ ਲੱਗਾ ਹੋਇਆ ਸੀ, ਉਹ ਤੁਹਾਡਾ ਗੁਰੂ ਹੈ। ਹੁਣ ਤਾਈਂ ਤੁਹਾਡੇ ਮਨ ਵਿੱਚ ਸੀ, ਅੱਜ ਪ੍ਰਗਟ ਰੂਪ ਵਿੱਚ ਉਹਨੇ ਦਰਸ਼ਨ ਦਿੱਤੇ ਆ ਤੈਨੂੰ। ਹਾਂਜੀ। ਨਿਸਾ ਦਿਓਸ
ਜੈ ਕੀ ਲਿਵ ਉਰ ਮੈਂ ਇਹ ਤੇਰਾ ਉਹੀ ਗੁਰੂ ਹੈ ਜਿਹਦੇ ਨਾਲ ਤੂੰ ਰਾਤ ਦਿਨ ਅੱਠੇ ਪਹਿਰ ਆਪਣੀ ਲਿਵ ਲਾਈ ਬੈਠਾ ਹੈ। ਲਖੀਏ ਸੋ ਲਖਮੀ ਤੈ ਘਰ ਮੈਂ ਕਹਿਣ ਲੱਗਾ ਜੀ ਕਿਹੜਾ ਗੁਰੂ? ਅੱਗੋਂ ਮਹਾਤਮਾ ਕਹਿਣ ਲੱਗੇ ਲక్ష్ਮੀ ਹੈ ਉਹ ਮਾਇਆ ਜਿਹਦੇ ਨਾਲ ਤੂੰ ਰਾਤ ਦਿਨ, ਉਹੀ ਤੇਰਾ ਗੁਰੂ ਹੈ ਨਾ। ਆ ਜਿਹੜੀ ਵਿਦਿਆ ਪੜ੍ਹੀ ਇਹ ਵੀ ਲక్ష్ਮੀ ਵਾਸਤੇ ਪੜ੍ਹੀ ਹੋਈ ਹੈ ਵੀ ਲੋਕ ਪੈਸਾ ਦੇਣਗੇ। ਰਾਤ ਦਿਨ ਉਸ ਲక్ష్ਮੀ ਨਾਲ ਤੇਰਾ ਧਿਆਨ ਲੱਗਾ ਹੋਇਆ, ਉਹਨੇ ਹੁਣ ਤੈਨੂੰ ਪ੍ਰਗਟ ਰੂਪ 'ਚ ਦਰਸ਼ਨ ਦਿੱਤੇ ਐ। ਜੁੱਤੀਆਂ ਤੈਨੂੰ ਤਾਂ ਪਈਆਂ ਨੇ ਕਿ ਤੂੰ ਉਸ ਲక్ష్ਮੀ ਦੇ ਮਾਲਕ ਸੁਆਮੀ ਨੂੰ ਛੱਡ ਕੇ ਉਹਦੀ ਸ਼ਰਨ 'ਚ ਗਿਆ ਸੀ। ਕਹਿਣ ਲੱਗੇ ਵੀ ਉਸ ਲక్ష్ਮੀ ਮਾਇਆ ਦੇ ਸੁਆਮੀ ਕੌਣ ਨੇ? ਕਹਿਣ ਲੱਗੇ ਉਸ ਮਾਇਆ ਦੇ ਸੁਆਮੀ ਧੰਨ ਗੁਰੂ ਨਾਨਕ ਸਾਹਿਬ ਨੇ। ਤੇ ਜਿਹੜੇ ਮਾਇਆਪਤੀ ਪਰਮੇਸ਼ਰ ਨੂੰ ਛੱਡ ਕੇ ਇਹਦੇ ਪਿੱਛੇ ਦੌੜਦੇ ਆ, ਇਹ ਮਾਇਆ ਉਹਨਾਂ ਨੂੰ ਜੁੱਤੀਆਂ ਹੀ ਮਾਰਦੀ ਹੈ। ਤੇ ਜਿਹੜੇ ਇਸ ਮਾਇਆਪਤੀ ਪਰਮੇਸ਼ਰ ਦੀ ਸ਼ਰਨ ਚਲੇ ਜਾਣ, ਫਿਰ ਇਹ ਮਾਇਆ ਉਹਨਾਂ ਦੇ ਪਿੱਛੇ ਪਰਛਾਵਾਂ ਬਣ ਕੇ ਚੱਲ ਪੈਂਦੀ ਹੈ। ਇਹ ਫਰਕ ਸੀ। ਤੇਰਾ ਧਿਆਨ ਜਿਸ ਵਿੱਚ ਦਿਨ ਰਾਤ ਲੱਗਾ ਹੋਇਆ ਸੀ ਨਾ, ਇਹ ਉਹੀ ਸੀ। ਉਸੇ ਨੇ ਤੇਰੇ ਸਿਰ 'ਚ ਜੁੱਤੀਆਂ ਮਾਰੀਆਂ ਨੇ। ਜੈ ਕੋ ਪਾਏ ਨਹੀਂ ਤ੍ਰਿਪਤਾਨਾ ਇਹ ਉਹ ਲక్ష్ਮੀ ਮਾਇਆ ਜਿਸ ਨੂੰ ਪ੍ਰਾਪਤ ਕਰਕੇ ਤੂੰ ਰੱਜਿਆ ਨਹੀਂ ਹੁਣ ਤਾਈਂ, ਨਾ ਹੀ ਅੱਜ ਤਾਈਂ ਕੋਈ ਮਨੁੱਖ ਰੱਜਿਆ ਹੈ। ਜਿੰਨੀ ਕਿਸੇ ਕੋਲ ਆਵੇ ਉਹਦੇ ਅੰਦਰ ਹੋਰ ਤਾਂਗ ਜਾਗ ਪੈਂਦੀ, ਹੋਰ ਤ੍ਰਿਸ਼ਨਾ ਜਾਗ ਪੈਂਦੀ ਹੈ। ਸਹਿਸ ਕਟੇ ਲੱਖ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਹੋਰ ਅੱਗੇ ਵੱਧਦੀ ਚਲੀ ਜਾਂਦੀ ਹੈ। ਤ੍ਰਿਸ਼ਨਾ ਅਧਿਕੇ ਅਧਿਕ ਬਧਾਨਾ ਇਹ ਲక్ష్ਮੀ ਇਹ ਮਾਇਆ ਜਿਸ ਨੂੰ ਮਿਲਦੀ ਹੈ ਉਹਦੇ ਅੰਦਰ ਹੋਰ ਤ੍ਰਿਸ਼ਨਾ ਪ੍ਰਬਲ ਕਰ ਦਿੰਦੀ ਹੈ। ਹੋਰ ਵੱਧ ਤ੍ਰਿਸ਼ਨਾ ਉਹਦੇ ਹਿਰਦੇ 'ਚ ਹੋਰ ਪ੍ਰਬਲ ਅੱਗੇ ਤੋਂ ਅੱਗੇ ਵੱਧਦੀ ਚਲੀ ਜਾਂਦੀ ਹੈ। ਸ਼੍ਰੀ ਨਾਨਕ ਗਤ ਦਾ ਕੋ ਤਿਆਗੀ ਤੂੰ ਮੁਕਤੀ ਦਾਤੇ ਦੀਨ ਦੁਨੀਆ ਦੇ ਮਾਲਕ। ਇਹ ਲక్ష్ਮੀ ਜਿਨ੍ਹਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਖੜੀ ਰਹਿੰਦੀ, ਇੱਕ ਲక్ష్ਮੀ ਨਹੀਂ, ਐਸੀਆਂ ਕਰੋੜਾਂ ਲక్ష్ਮੀਆਂ ਹੱਥ ਜੋੜ ਕੇ ਜਿਨ੍ਹਾਂ ਦੇ ਚਰਨਾਂ 'ਚ ਦਾਸੀਆਂ ਬਣ ਕੇ ਖੜੀਆਂ ਰਹਿੰਦੀਆਂ ਨੇ। ਐਸੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਤੂੰ ਤਿਆਗ ਕੇ ਆਇਆ ਹੈ, ਉਹਨਾਂ ਨੂੰ ਛੱਡ ਕੇ ਇਸ ਪਾਸੇ ਦੌੜਿਆ ਫਿਰਦਾ। ਭਰਮਤ ਫਿਰਤੇ ਅਪਰੇ ਅਨੁਰਾਗੀ ਆ ਹੋਰ ਪਾਸੇ ਭਰਮਦਾ ਫਿਰਦਾ, ਹੋਰ ਪਾਸੇ ਅਨੁਰਾਗ ਕਰੀ ਬੈਠਾ। ਜਾਏ ਛਿਮਾਪਨ ਕੋ ਕਰਵਾਵੋ ਜਾ ਉਹਨਾਂ ਦੀ ਸ਼ਰਨ ਚੋਂ ਹੀ ਤੇਰੇ ਗੁਰੂ ਨੇ। ਉਹੋ ਜਿਹਾ ਗੁਰੂ ਤੈਨੂੰ ਕਿਤੇ ਨਹੀਂ ਮਿਲ ਸਕਦਾ। ਸਤਿ ਸ੍ਰੀ ਅਕਾਲ। ਉਹਨਾਂ ਦੇ ਚਰਨਾਂ 'ਚ ਜਾ। ਜਿਹੜੀ ਭੁੱਲ ਕਰਕੇ ਆਇਆ ਉਹਨਾਂ ਤੋਂ ਬੇਮੁਖ ਹੋ ਕੇ ਹੋਰ ਪਾਸੇ ਗੁਰੂ ਲੱਭਦਾ ਫਿਰਦਾ, ਜਾ ਕੇ ਉਹਨਾਂ ਦੀ ਸ਼ਰਨ 'ਚ ਆਪਣਾ ਅਪਰਾਧ ਬਖਸ਼ਾ ਲੈ। ਉਹ ਬੜੇ ਵੱਡੇ ਬਖਸ਼ੰਦ ਨੇ। ਜਦੋਂ ਸ਼ਰਨ ਜਾਵੇਂਗਾ ਤੈਨੂੰ ਬਖਸ਼ਦਿਆਂ ਢਿੱਲ ਨਹੀਂ ਲਾਉਣਗੇ। ਸ਼ਰਧਾ ਧਰ ਅਡੋਲ ਮਨ ਲਾਵੋ ਉਹਨਾਂ ਤੇ ਸ਼ਰਧਾ ਧਾਰਨ ਕਰ ਔਰ ਆਪਣਾ ਮਨ ਅਡੋਲ ਕਰਕੇ ਉਹਨਾਂ ਦੇ ਚਰਨੀ ਲਾ ਲੈ। ਕਰੋ ਗੁਰੂ ਗਤ ਹੋਵੇ ਤੇਰੀ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰ ਲੈ ਤਾਂ ਤੇਰੀ ਮੁਕਤੀ ਹੋਵੇਗੀ। ਹੇ ਬ੍ਰਹਮਦਾਸ, ਤਾਂ ਤੇਰੀ ਬੰਦ ਖਲਾਸੀ ਹੋਵੇਗੀ। ਔਰ ਨ ਪਾਵੇ ਜਗ ਮੈਂ ਫੇਰੀ ਜਦੋਂ ਉਹਨਾਂ ਨੂੰ ਗੁਰੂ ਧਾਰਨ ਕਰੇਗਾ ਤੈਨੂੰ ਮੁੜ ਕੇ ਸੰਸਾਰ ਵਿੱਚ ਭਵਜਲ 'ਚ ਫੇਰਾ ਨਹੀਂ ਪਾਉਣਾ ਪਵੇਗਾ। ਜਿਹੜੇ ਉਹਨਾਂ ਦੀ ਸ਼ਰਨ 'ਚ ਚਲੇ ਜਾਂਦੇ ਨੇ, ਬਹੁਰ ਨਾ ਭਵਜਲ ਫੇਰਾ, ਉਹ ਮੁੜ ਕੇ ਇਸ ਭਵਜਲ 'ਚ ਨਹੀਂ ਜੰਮਦੇ, ਨਹੀਂ ਮਰਦੇ। ਉਹ ਆਵਾਗਾਉਣ ਤੋਂ ਸੁਤੰਤਰ ਹੋ ਜਾਂਦੇ ਹਨ। ਸੁਨ ਪੰਡਿਤ ਸ਼ਰਧਾ ਧਰ ਪੂਰੀ ਪੰਡਤ ਨੇ ਮਹਾਰਾਜ ਜੀ ਤੇ ਸ਼ਰਧਾ ਧਾਰਨ ਕਰ ਲਈ ਸੁਣ ਕੇ। ਓਹੋ, ਉਹ ਤਾਂ ਆਪ ਪਰਮੇਸ਼ਵਰ ਨੇ, ਅਕਾਲ ਪੁਰਖ ਨੇ। ਇੱਕਦਮ ਪੰਡਤ ਜੀ ਦੇ ਮਨ 'ਚ ਸਾਹਿਬ ਜੀ ਪ੍ਰਤੀ ਸ਼ਰਧਾ ਬਣ ਗਈ। ਆਨ ਲੀਨ ਪੰਕਜ ਪਦ ਧੂਰੀ ਆਇਆ ਗੁਰੂ ਚਰਨਾਂ 'ਚ। ਆਉਂਦਿਆਂ ਸਾਰ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਿਆ। ਢਹਿ ਕੇ ਸਤਿਗੁਰਾਂ ਦੇ ਚਰਨਾਂ ਤੇ ਗੁਰਦੇਵ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ। ਉਰਤੇ ਸਗਰੀ ਦ્વੈਤ ਵਿਸਾਰੀ ਜਿਹੜੀ ਦ્વੈਤ ਸੀ ਨਾ ਪਹਿਲਾਂ ਮਨ ਵਿੱਚ ਗੁਰੂ ਪਾਤਸ਼ਾਹ ਪ੍ਰਤੀ, ਇਹ ਸਮਝਦਾ ਸੀ ਇਹ ਤਾਂ ਕੋਈ ਸਧਾਰਨ ਜੇ ਸੰਤ ਨੇ, ਮੈਂ ਐਡਾ ਵੱਡਾ ਵਿਦਵਾਨ ਆ। ਪਹਿਲਾਂ ਇਹੀ ਦ્વੈਤ ਸੀ ਇਹਦੇ ਮਨ 'ਚ, ਦ્વੈਤ। ਜਦੋਂ ਗੁਰੂ ਚਰਨਾਂ 'ਚ ਨਮਸਕਾਰ ਕੀਤੀ ਤੇ ਹਿਰਦੇ ਦੀ ਜਿਤਨੀ ਦ્વੈਤ ਸੀ ਉਹ ਦ્વੈਤ ਮਿਟਾ ਦਿੱਤੀ, ਦ્વੈਤ ਨੂੰ ਤਿਆਗ ਦਿੱਤਾ। ਪਾਹੁਲ ਲੇਨ ਪਇਓ ਅਧਿਕਾਰੀ ਸਤਿਗੁਰਾਂ ਦੇ ਚਰਨਾਂ ਦੀ ਪੌਲ ਲਈ
ਔਰ ਪਾਤਸ਼ਾਹ ਦਾ ਸੇਵਕ ਬਣ ਗਿਆ। ਸੇਵਕ ਬਣ ਕੇ ਮਹਾਰਾਜ ਜੀ ਦਾ ਸਿੱਖ ਬਣ ਕੇ ਆਪਣਾ ਜੀਵਨ ਨਿਰਵਾਹ ਕਰਨ ਦਾ ਪ੍ਰਣ ਕੀਤਾ। ਸ਼੍ਰੀ ਗੁਰ ਕਰਿਓ ਦੁਰਮਤ ਦੂਰੀ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਅੰਦਰ ਜਿਹੜੀ ਦੁਰਮਤ ਸੀ, ਖੋਟੀ ਮਤ, ਉਹ ਪਾਤਸ਼ਾਹ ਨੇ ਦੂਰ ਕਰ ਦਿੱਤੀ। ਵਿਦਿਆ ਦਾ ਅਭਿਮਾਨ ਸੀ, ਵਿਦਿਆ ਮਾੜੀ ਨਹੀਂ, ਵਿਦਿਆ ਦਾ ਅਭਿਮਾਨ ਮਾੜਾ ਹੈ। ਵਿਦਿਆ ਤਾਂ ਪਾਤਸ਼ਾਹ ਕਹਿੰਦੇ ਭਾਈ ਇਹ ਤਾਂ ਮਨੁੱਖ ਦਾ ਤੀਸਰਾ ਨੇਤਰ ਹੈ, ਪਰ ਜੇ ਹੁਣ ਇਸ ਵਿਦਿਆ ਨੂੰ ਕੋਈ ਮਨੁੱਖ ਪ੍ਰਾਪਤ ਕਰਕੇ ਹੰਕਾਰੀ ਹੋ ਜਾਏ, ਅਭਿਮਾਨੀ ਹੋ ਜਾਏ, ਫਿਰ ਇਹ ਵਿਦਿਆ ਉਹਦੇ ਲਈ ਵਿਸ਼ ਹੈ, ਜ਼ਹਿਰ ਹੈ। ਦੋ ਤਰ੍ਹਾਂ ਦੇ ਸੱਪ ਹੁੰਦੇ ਨੇ, ਮਣੀ ਦੋਨਾਂ ਕੋਲ ਇੱਕੋ ਜਿਹੀ ਹੁੰਦੀ ਹੈ। ਇੱਕ ਸੱਪ ਉਹ ਹੁੰਦੇ ਨੇ, ਅੱਜ ਜਿਵੇਂ ਮੱਸਿਆ ਦੀ ਰਾਤ ਹੈ, ਉਹ ਮੱਸਿਆ ਦੀ ਰਾਤ ਨੂੰ ਆਪਣੀ ਮਣੀ ਕੱਢ ਕੇ ਬਾਹਰ ਜੰਗਲ 'ਚ ਰੱਖ ਦਿੰਦੇ। ਉਹਦਾ ਜਦੋਂ ਚਾਨਣਾ ਹੁੰਦਾ, ਲੋ ਹੁੰਦੀ ਹੈ, ਤਾਂ ਉਹਦੇ ਵਿੱਚ ਕੀੜੇ ਆਉਂਦੇ ਐ। ਉਹ ਸੱਪ ਕੀੜੇ ਖਾਂਦਾ ਤੇ ਆਪਣਾ ਢਿੱਡ ਭਰਦਾ ਸਾਰੀ ਰਾਤ। ਦੂਸਰੇ ਸੱਪ ਮਣੀ ਉਹਨਾਂ ਕੋਲ ਵੀ ਇਹੋ ਜਿਹੀ ਹੁੰਦੀ ਹੈ, ਉਹ ਮੱਸਿਆ ਵਾਲੇ ਦਿਨ ਮਣੀ ਨਹੀਂ ਕੱਢਦੇ, ਉਹ ਕੱਢਦੇ ਨੇ ਪੂਰਨਮਾਸ਼ੀ ਵਾਲੇ ਰਾਤ। ਉਸ ਦਿਨ ਰਾਤ ਨੂੰ ਮਣੀ ਬਾਹਰ ਕੱਢ ਕੇ ਉਹਦੀ ਰੋਸ਼ਨੀ ਜਦੋਂ ਨਿਕਲਦੀ ਹੈ, ਉਸ ਮਣੀ ਤੇ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਤੇ ਉਸ ਮਣੀ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਜੀਆਂ ਪੈਦਾ ਹੁੰਦੀਆਂ, ਇੱਕ ਰਸ ਜਿਹਾ ਪੈਦਾ ਹੁੰਦਾ ਤੇ ਉਹ ਸੱਪ ਉਸ ਰਸ ਨੂੰ ਪੀਂਦਾ ਤੇ ਉਹਦੇ ਅੰਦਰ ਜਿਹੜੀ ਜ਼ਹਿਰ ਵਧੀ ਹੁੰਦੀ ਉਸ ਜ਼ਹਿਰ ਨੂੰ ਸ਼ਾਂਤ ਕਰਦਾ ਹੈ। ਮਣੀ ਦੋਨਾਂ ਕੋਲ ਇੱਕੋ ਜਿਹੀ ਹੈ, ਇੱਕ ਕੀੜੇ ਖਾ ਰਿਹਾ ਹੈ, ਇੱਕ ਰਸ ਪੀ ਰਿਹਾ ਹੈ। ਵਿਦਿਆ ਹੈ ਮਣੀ, ਵਿਦਿਆ ਮਣੀ ਹੈ। ਇੱਕ ਉਸ ਮਣੀ ਨੂੰ ਪ੍ਰਾਪਤ ਕਰਕੇ ਕੀੜੇ ਮਕੋੜੇ ਭਖਦਾ ਹੰਕਾਰੀ ਹੁੰਦਾ, ਇੱਕ ਉਸ ਵਿਦਿਆ ਨੂੰ ਪੜ੍ਹ ਕੇ ਨਿਰਭਮਾਨੀ ਹੋ ਕੇ ਆਪਣੇ ਅੰਮ੍ਰਿਤ ਰਸ ਸਵਰੂਪ ਨੂੰ ਬੁੱਝ ਕੇ ਉਹਦੇ ਵਿੱਚ ਸੁਰਤ ਜੋੜਦਾ ਹੈ। ਇਸ ਕਰਕੇ ਪਾਤਸ਼ਾਹ ਨੇ ਇਹਦੇ ਅੰਦਰ ਜਿਹੜਾ ਵਿਦਿਆ ਅਭਿਮਾਨ ਸੀ, ਉਸ ਵਿਦਿਆ ਅਭਿਮਾਨ ਨੂੰ ਨਿਰਵਾਰ ਕੇ ਇਹਦੇ ਅੰਦਰ ਗੁਰਮਤ ਦਾ ਪ੍ਰਕਾਸ਼ ਕੀਤਾ ਹੈ। ਦੀਤ ਪਏ ਪਦ ਪਾਹੁਲ ਰੂਰੀ। ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ ਨੂੰ ਆਪਣੇ ਚਰਨਾਂ ਦੀ ਪੌਲ ਬਖਸ਼ੀ। ਧਰਮਸ਼ਾਲਾ ਮੈਂ ਸੋ ਬੈਸਾਇਓ। ਪਾਤਸ਼ਾਹ ਨੇ ਇੱਕ ਸੁੰਦਰ ਧਰਮਸ਼ਾਲਾ ਦੀ ਰਚਨਾ ਕੀਤੀ। ਫਿਰ ਉਸ ਧਰਮਸ਼ਾਲਾ ਵਿੱਚ ਇਸ ਬ੍ਰਹਮਦਾਸ ਨੂੰ ਮਹਾਰਾਜ ਜੀ ਨੇ ਆਪਣਾ ਸਿੱਖ ਬਣਾ ਕੇ ਉਸ ਦੇ ਵਿੱਚ ਪ੍ਰਚਾਰਕ ਰੂਪ ਦੇ ਵਿੱਚ ਬਿਠਾ ਦਿੱਤਾ ਵੀ ਤੂੰ ਧਰਮ ਦਾ ਪ੍ਰਚਾਰ ਕਰ। ਖਾਲਸਾ ਜੀ, ਕਸ਼ਮੀਰ ਦੇ ਇਲਾਕੇ 'ਚ ਬੜੇ ਬੜੇ ਮਹਾਂਪੁਰਸ਼ ਉਦਾਸੀ ਸੰਤਾਂ ਦੇ ਸੰਪਰਦਾਏ ਦੇ, ਭਾਈ ਬਾਲੂ ਜੀ ਹਸਨਾ ਵਰਗੇ, ਬਾਬਾ ਫੂਲ ਜੀ, ਭਾਈ ਫੂਲ ਜੀ ਵਰਗੇ ਜਿਹੜੇ ਚਾਰ ਧੂਣੇ ਸੀ ਉਦਾਸੀਆਂ ਦੇ ਨਾ, ਉਹਨਾਂ ਵਿੱਚੋਂ ਭਾਈ ਬਾਲੂ ਹਸਨਾ ਜੀ, ਭਾਈ ਫੂਲ ਜੀ, ਇਹ ਜਿਹੜੇ ਸਨ ਇਹ ਕਸ਼ਮੀਰ ਦੇ ਇਲਾਕੇ ਦੇ ਉਸੇ ਪਰਿਵਾਰਾਂ ਦੇ ਵਿੱਚੋਂ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਸਿੱਖੀ ਬਖਸ਼ੀ ਹੈ। ਤੋ ਬ੍ਰਹਮਦਾਸ ਮਹਾਰਾਜ ਜੀ ਦਾ ਸੇਵਕ ਹੋ ਗਿਆ। ਸਤਿਗੁਰਾਂ ਨੇ ਇਹਨੂੰ ਆਪਣਾ ਸਿੱਖ ਧਰਮ ਦਾ ਪ੍ਰਚਾਰਕ ਬਣਾ ਕੇ ਉੱਥੇ ਧਰਮਸ਼ਾਲਾ ਸਥਾਪਿਤ ਕਰਕੇ ਉਹਦੇ ਵਿੱਚ ਇਹਨੂੰ ਬਿਠਾ ਦਿੱਤਾ ਕਿ ਤੂੰ ਇੱਥੇ ਸਵੇਰੇ ਸ਼ਾਮ ਹਰੀ ਜਸ ਕਰਨਾ, ਸੰਗਤ ਨੂੰ ਪਰਮੇਸ਼ਰ ਦੇ ਚਰਨਾਂ ਨਾਲ, ਨਾਮ ਨਾਲ ਜੋੜਨਾ ਹੈ। ਨਾਮ ਦਾਨ ਇਸ਼ਨਾਨ ਦ੍ਰਿੜਾਇਓ। ਨਾਮ ਦਾਨ ਇਸ਼ਨਾਨ ਤਿੰਨੇ ਦ੍ਰਿੜ ਕਰਵਾਏ। ਇਹ ਬਚਨ ਬਾਰ-ਬਾਰ ਆ ਰਿਹਾ ਜਨਮ ਸਾਖੀ 'ਚ। ਨਾਮ ਦਾਨ ਇਸ਼ਨਾਨ, ਅੱਗੇ ਵੀ ਬੇਨਤੀ ਕੀਤੀ ਸੀ ਮੈਂ ਕਿ ਨਾਮ ਦਾਨ ਇਸ਼ਨਾਨ 'ਚ ਸਾਰਾ ਕੁਝ ਹੀ ਆ ਜਾਂਦਾ। ਸਤਿਗੁਰੂ ਇਹ ਤਿੰਨੇ ਹੀ ਦ੍ਰਿੜ ਕਰਾਉਂਦੇ ਸਾਰਿਆਂ ਨੂੰ। ਨਾਮ ਨਾਲ ਲੋਕ ਪਰਲੋਕ ਸੁਖੀਆ, ਤੇ ਦਾਨ ਉਹੀ ਕਰੇਗਾ ਜਿਹੜਾ ਆਪ ਸક્ષਮ ਹੋਵੇਗਾ, ਜਿਹਨੂੰ ਪਰਮੇਸ਼ਰ ਦੇਗਾ ਦਾਨ ਦੇਣ ਦੀ ਤਾਕਤ। ਜਿਹਦੇ ਅੱਲੇ ਪੱਲੇ ਕੁਝ ਹੋਵੇਗਾ ਉਹੀ ਦਾਨ ਕਰੇਗਾ ਨਾ। ਇਸ਼ਨਾਨ ਵੀ ਉਹ ਕਰੇਗਾ ਜਿਹਦਾ ਸਰੀਰ ਅਰੋਗ ਹੋਵੇਗਾ, ਨਿਰੋਗ। ਜਿਹੜਾ ਬਿਮਾਰ ਹੋਵੇ ਉਹ ਕਿੱਥੇ ਇਸ਼ਨਾਨ ਕਰ ਸਕਦਾ ਸਵੇਰੇ ਉੱਠ ਕੇ। ਇਸ਼ਨਾਨ ਦ੍ਰਿੜ ਕਰਾਉਂਦੇ ਤਾਂ ਜੋ ਤੰਦਰੁਸਤੀ ਵੀ ਬਣੀ ਰਹੇ। ਤੋ ਸਤਿਗੁਰੂ ਜੀ ਨਾਮ ਦਾਨ ਇਸ਼ਨਾਨ ਇਹ ਤਿੰਨੇ ਦ੍ਰਿੜ ਕਰਾਉਂਦੇ। ਨਾਮ ਜਪਣ ਦਾ ਹੁਕਮ ਕਰਦੇ, ਦਾਨ ਕਰਨ ਦਾ ਹੁਕਮ ਕਰਦੇ ਕਿ ਭਾਈ ਧਰਮਸ਼ਾਲਾ ਵਿੱਚ ਲੰਗਰ ਲਾਓ, ਦਸਵੰਧ ਕੱਢਿਆ ਕਰੋ, ਜਿਹੜੀ ਧਰਮ ਦੀ ਕਿਰਤ ਕਰਦੇ ਉਹਦੇ ਵਿੱਚੋਂ ਵੰਡ ਕੇ ਛਕਣ ਦੀ ਬਿਰਤੀ ਬਣਾਓ। ਦਸਵੰਧ ਕੱਢ ਕੇ ਵੰਡ ਛਕਣ ਦੀ ਬਿਰਤੀ, ਦਸਵੰਧ ਕੱਢਣਾ।
ਬਹੁਤ ਸਾਰੇ ਸਿੱਖ ਇਹ ਮਰਿਆਦਾ ਸਤਿਗੁਰਾਂ ਦੀ ਪਾਲਦੇ, ਆਪਣੀ ਧਰਮ ਦੀ ਕਿਰਤ ਵਿੱਚੋਂ 10ਵਾਂ ਹਿੱਸਾ ਗੁਰੂ ਕੇ ਨਿਮਿਤ ਕੱਢਦੇ, ਗੁਰੂ ਗੋਲਕ ਵਿੱਚ ਗੁਰੂ ਅਰਥ ਖਰਚਦੇ। ਪਰ ਬਹੁਤੇ ਐਸੇ ਵੀ ਨੇ ਜਿਹੜੇ ਧਰਮ ਅਰਥ ਵਾਸਤੇ 10ਵਾਂ ਹਿੱਸਾ ਕੱਢ ਹੀ ਨਹੀਂ ਸਕਦੇ। ਉਹਨਾਂ ਨੂੰ ਕਹੋ ਦੱਸੋ, ਕਹਿੰਦੇ 10ਵਾਂ ਹਿੱਸਾ ਤਾਂ ਬੜਾ ਬਣ ਜਾਂਦਾ ਜੀ। ਲੱਖ ਰੁਪਈਆ ਕਮਾਓ ਸਿੱਧਾ 10,000 ਤਾਂ ਜੀ ਬਹੁਤ ਹੁੰਦਾ। ਹਾਂ ਫਿਰ ਕਮਾਈ 10,000 ਲਵੋ ਤੇ 1000 ਬਣ ਜਾਏਗਾ, ਘਟ ਜਾਏਗਾ, ਇਹੀ ਹੋ ਸਕਦਾ। ਜਦੋਂ ਗੁਰੂ ਸਾਹਿਬ ਜੀ ਦੇ ਨਿਮਿਤ 10ਵਾਂ ਹਿੱਸਾ ਕੱਢਣਾ ਹੋਵੇ ਉਦੋਂ ਕੰਜੂਸੀ ਕਰਦੇ ਨੇ ਕਈ, ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਕਈਆਂ ਦੀ ਇਹ ਬਿਰਤੀ ਹੈ। ਜਦੋਂ ਗੁਰੂ ਨਿਮਿਤ ਨਹੀਂ ਕੱਢਦੇ, ਜੋ ਬਾਬੇ ਕੇ ਦਾਮ ਨਾ ਦਹਿ ਹੈ ਤਿਨ ਤੇ ਗਹਿ ਬਾਬਰ ਕੇ ਲੈ ਹੈ, ਇਧਰ ਨਹੀਂ ਤਾਂ ਕਿਸੇ ਹੋਰ ਪਾਸੇ ਹੋਰ ਤਰੀਕੇ ਨਿਕਲ ਤਾਂ ਉਹ ਜਾਣੇ ਹੀ ਨੇ। ਐਸਾ ਨਹੀਂ ਕਿ ਨਿਕਲਨੇ ਨਹੀਂ, ਅਚਾਨਕ ਹੀ ਕਿਤੇ ਨਾ ਕਿਤੇ ਕੁਝ ਨਾ ਕੁਝ ਹੋ ਜਾਣਾ, ਆਪੇ ਹੀ ਚਲੇ ਜਾਣੇ। ਇਸ ਕਰਕੇ ਸਿੱਖ ਇਮਾਨਦਾਰੀ ਨਾਲ 10ਵਾਂ ਹਿੱਸਾ ਗੁਰੂ ਸਾਹਿਬ ਦੇ ਨਿਮਿਤ ਗੁਰੂ ਚਰਨਾਂ 'ਚ ਅਰਪਣ ਕਰਦਾ, ਤਾਂ ਜੋ ਗੁਰੂ ਸਾਹਿਬ ਬਰਕਤ ਬਣਾਈ ਰੱਖਣ। ਧਰਮ ਦੀ ਕਿਰਤ ਦੀ ਕਮਾਈ ਹੋਈ ਕਮਾਈ ਸਾਡੀ ਕਿਤੇ ਏਦਾਂ ਅਜਾਈ ਫਜ਼ੂਲ ਇੱਧਰ ਉੱਧਰ ਨਾ ਖਰਚ ਹੋਵੇ। ਇਉਂ ਗੁਰੂ ਕੇ ਸਿੱਖ ਦੀ ਬਿਰਤੀ ਮਹਾਰਾਜ ਜੀ ਇਹ ਵੀ ਦ੍ਰਿੜ ਕਰਾਉਂਦੇ। ਦਾਨ, ਫਿਰ ਇਸ਼ਨਾਨ ਵੀ ਪਹਿਰ ਰਾਤ ਰਹਿੰਦੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਨਾ, ਤਿਆਰ ਬਰ ਤਿਆਰ ਹੋਣਾ, ਬਾਣੀ ਪੜ੍ਹਨੀ, ਇਹ ਮਹਾਰਾਜ ਜੀ ਨੇ ਦ੍ਰਿੜ ਕਰਵਾਇਆ। ਸਿੱਖੀ ਮਗ ਮੇ ਬੋ ਨਰ ਆਏ। ਪਾਤਸ਼ਾਹ ਇਸ ਇਲਾਕੇ 'ਚ ਜਦੋਂ ਵਿਚਰੇ ਤੇ ਬਹੁਤ ਸਾਰੇ ਨਰ ਗੁਰੂ ਪਾਤਸ਼ਾਹ ਦੀ ਦੱਸੀ ਹੋਈ ਸਿੱਖੀ ਦੇ ਮਾਰਗ ਦੇ ਧਾਰਨੀ ਹੋਏ। ਸਿਮਰੇ ਸਤਿਗੁਰ ਕੋ ਲਿਵ ਲਾਏ। ਸਤਿਗੁਰਾਂ ਦੇ ਚਰਨਾਂ ਨਾਲ ਆਪਣੀ ਲਿਵ ਲਾ ਕੇ ਸਤਿਗੁਰਾਂ ਦਾ ਸਿਮਰਨ ਕਰਦੇ ਹਨ। ਸਿਮਰਨ ਕੀ ਕਰਦੇ ਨੇ? ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਪਾਤਸ਼ਾਹ ਦਾ ਸਿਮਰਨ ਕਰਦੇ, ਮਹਾਰਾਜ ਜੀ ਦਾ ਭਜਨ ਕਰਦੇ ਹਨ। ਕਿਤਕ ਦਿਵਸ ਗੁਰ ਰਾਖਿਓ ਡੇਰਾ। ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਡੇਰਾ ਰੱਖਿਆ, ਪੜਾ ਕੀਤਾ। ਆਓ ਭਗਤ ਵਿਸਤਾਰ ਕਨੇਰਾ। ਪ੍ਰੇਮਾ ਭਗਤੀ ਦਾ ਵਿਸਥਾਰ ਸਤਿਗੁਰੂ ਜੀ ਨੇ ਕੀਤਾ। ਕਸ਼ਮੀਰ ਵਿੱਚ ਬਹੁਤ ਸਿੱਖੀ ਮਹਾਰਾਜ ਜੀ ਦੀ ਫਲੀ ਫੂਟ ਹੁੰਦੀ ਰਹੀ। ਬੜੇ ਬੜੇ ਨਾਮ ਰਸੀਏ ਗੁਰਸਿੱਖ ਕਸ਼ਮੀਰ 'ਚ ਰਹੇ। 10 ਤੋਂ ਵੱਧ ਮਹਾਰਾਜ ਜੀ ਦੇ ਇਤਿਹਾਸਕ ਸਥਾਨ ਨੇ ਉਸ ਇਲਾਕੇ 'ਚ। ਮਟਨ ਸਾਹਿਬ ਹੈ, ਫਿਰ ਬਾਰਾਮੂਲੇ 'ਚ, ਸ਼੍ਰੀਨਗਰ ਦੇ ਵਿੱਚ 6ਵੇਂ ਪਾਤਸ਼ਾਹ ਦੇ ਸਥਾਨ ਨੇ, ਮਾਈ ਭਾਗ ਭਰੀ ਦਾ ਸਥਾਨ ਹੈ। ਤੋਂ ਪਾਤਸ਼ਾਹ ਦੀ ਬਹੁਤ ਸਿੱਖੀ ਸੇਵਕੀ ਇੱਥੇ ਫਲੀ ਭੂਤ ਹੋਈ। 33 ਵਿਦਾ ਹੋਈ ਬਰਿਆਈ। ਗਰੀਬ ਨਵਾਜ ਪਾਤਸ਼ਾਹ ਜੀ ਜਾਣ ਦੀ ਇੱਛਾ ਕਰਦੇ, ਫਰਮਾਉਂਦੇ ਵੀ ਅਸੀਂ ਜਾਣ ਲੱਗੇ ਹਾਂ। ਇਹ ਅੱਗੇ ਆ ਕੇ ਖਲੋ ਜਾਂਦੇ, ਪਾਤਸ਼ਾਹ ਨਾ ਜਾਓ। ਪ੍ਰੇਮ ਬਸ ਫਿਰ ਮਹਾਰਾਜ ਜੀ ਨੇ ਰਹਿ ਜਾਣਾ। ਅਗਲੇ ਦਿਨ ਫਿਰ ਤਿਆਰੀ ਕਰਨੀ, ਨਾ ਫਿਰ ਰੋਕ ਲੈਣਾ ਮਹਾਰਾਜ, ਕੋਈ ਨਾ ਕੋਈ ਬਹਾਨਾ ਬਣਾ ਲੈਣਾ। ਮਹਾਰਾਜ ਜੀ ਉਹ ਫਲਾਣਾ ਸਿੱਖ ਕਿਤੇ ਗਿਆ, ਉਹਨੂੰ ਆ ਲੈਣ ਦਿਓ। ਪਾਤਸ਼ਾਹ 2-4 ਦਿਨ 5 ਦਿਨ ਏਦਾਂ ਇਹਨਾਂ ਦੇ ਕਹਿਣ ਤੇ ਫਿਰ ਰੁਕ ਜਿਆ ਕਰਨ। ਅਖੀਰ ਮਹਾਰਾਜ ਜੀ ਕਹਿੰਦੇ ਨਾ ਭਾਈ ਹੁਣ ਜਾਣਾ ਹੈ। ਤੁਹਾਡੇ ਵਰਗੇ ਹੋਰ ਵੀ ਬਹੁਤ ਨੇ ਜਿਹੜੇ ਉਡੀਕਦੇ ਐ। ਪਾਤਸ਼ਾਹ ਜੀ ਫਿਰ ਬਰਿਆਈ ਦਾ ਮਤਲਬ ਹੁੰਦਾ ਵੀ ਫਿਰ ਬਰਿਆਈ ਯਾਨੀ ਕਿ ਧੱਕੇ ਨਾਲ ਫਿਰ ਪਾਤਸ਼ਾਹ ਉੱਥੋਂ ਗਏ। ਅਪਰਥਾਨ ਗਮਨੇ ਜਗ ਸਾਈ। ਇੱਥੋਂ ਪਾਤਸ਼ਾਹ ਹੋਰ ਵੀ ਕਸ਼ਮੀਰ ਦੇ ਬਹੁਤ ਸਾਰੇ ਸਥਾਨ ਮਹਾਰਾਜ ਜੀ ਨੇ ਪਵਿੱਤਰ ਕੀਤੇ। ਅਨੇਕ ਨਰਨ ਕੋ ਕੀਨੇ ਉਦਾਰਾ। ਅਨੇਕਾਂ ਨਰਾਂ ਦਾ, ਅਨੇਕਾਂ ਜੀਵਾਂ ਦਾ ਸਤਿਗੁਰਾਂ ਨੇ ਪਾਰ ਉਤਾਰਾ ਕੀਤਾ। ਗਰਬਨ ਕੋ ਜਿਨ ਗਰਬ ਨਿਵਾਰਾ। ਜਿਹੜੇ ਹੰਕਾਰੀਆਂ ਦੇ ਹੰਕਾਰ ਨੂੰ ਨਿਵਾਰਦੇ ਨੇ, ਐਸੇ ਨੇ ਸਤਿਗੁਰੂ। ਜਿਹੜੇ ਹੰਕਾਰੀ ਨੇ
ਉਹਨਾਂ ਹੰਕਾਰੀਆਂ ਦਾ ਹੰਕਾਰ ਨਿਰਵਾਰਦੇ ਹਨ, ਕਿਉਂਕਿ ਸਾਹਿਬ ਨੂੰ ਹੰਕਾਰ ਨਹੀਂ ਪਾਉਂਦਾ। ਦੋਹਰਾ ਸਿੰਧ ਮਹਾਨਦ ਕੇ ਉਰੇ 25 ਕੋਸ ਪਰ ਥਾਨ। ਸਿੰਧ ਦਰਿਆ ਵਗਦਾ ਹੈ, ਸਿੰਧ ਦਰਿਆ ਦੇ ਇਲਾਕੇ 'ਚ ਪਾਤਸ਼ਾਹ ਵਿਚਰ ਰਹੇ ਨੇ। ਉਧਰ ਗਏ ਤਕਰੀਬਨ 25 ਕੋਹ ਤੇ ਇੱਕ ਜਗ੍ਹਾ ਤੇ ਗਿਰ ਊਚੋ ਕੋਸਕ ਤਹਾਂ ਦੇਖਿਓ ਕਿਰਪਾ ਨਿਧਾਨ। ਪਾਤਸ਼ਾਹ ਨੇ ਇੱਕ ਉੱਚਾ ਜਿਹਾ ਦਰਖਤ ਵੇਖਿਆ, ਉੱਚਾ ਜਿਹਾ ਗਿਰ ਪਹਾੜ ਵੇਖਿਆ ਤੇ ਨਾਲ ਉਹਦੇ ਦਰਖਤ ਲੱਗੇ ਹੋਏ ਨੇ। ਉਹਦੇ ਨੇੜੇ ਇੱਕ ਦਰਖਤ ਵੇਖ ਕੇ ਕਿਰਪਾ ਨਿਧਾਨ ਸਤਿਗੁਰੂ ਜੀ ਆਣ ਸਜੇ ਹਨ। ਚੌਪਈ ਤਰਵਰ ਹਰਤ ਤਰੀ ਥਲ ਸੁੰਦਰ। ਉੱਚਾ ਪਹਾੜ ਹੈ, ਨਾਲ ਸਿੰਧ ਦਰਿਆ ਤੋਂ ਤਕਰੀਬਨ 25 ਕੋਹ ਦੀ ਦੂਰੀ ਤੇ ਇੱਕ ਹਰੇ ਜਿਹੇ ਰੰਗ ਦਾ ਮਹਾਰਾਜ ਜੀ ਨੇ ਸੋਹਣਾ ਛਾਂਦਾਰ ਦਰਖਤ ਵੇਖਿਆ ਔਰ ਉਸ ਦਰਖਤ ਦੇ ਥੱਲੇ ਬੈਠ ਗਏ। ਬੈਠੇ ਗੁਰੂ ਸਗਲ ਗੁਣ ਮੰਦਿਰ। ਐਸੇ ਸਤਿਗੁਰੂ ਜੀ ਜਿਹੜੇ ਸਗਲ ਗੁਣਾਂ ਦੇ ਮੰਦਰ ਨੇ, ਸਾਰੇ ਹੀ ਗੁਣ ਨੇ ਗੁਰੂ ਨਾਨਕ ਸਾਹਿਬ 'ਚ। ਐਸਾ ਕੋਈ ਗੁਣ ਨਹੀਂ ਜਿਹੜਾ ਮੇਰੇ ਸਾਹਿਬ 'ਚ ਨਹੀਂ, ਅਸੀਂ ਤੇ ਗਿਣ ਹੀ ਨਹੀਂ ਸਕਦੇ। ਇੱਕ ਗੁਣ ਵੀ ਮਹਾਰਾਜ ਜੀ ਸੰਪੂਰਨ ਰੂਪ ਵਿੱਚ ਤੁਹਾਡਾ ਨਹੀਂ ਕਹਿ ਸਕਦੇ। ਸਹਿਜ ਸੁਭਾਇਕ ਕੇਤਕ ਕਾਲਾ। ਸਹਿਜ ਸੁਭਾਏ ਕੁਝ ਸਮਾਂ ਮਹਾਰਾਜ ਜੀ ਬੈਠੇ ਰਹੇ, ਨਾਲ ਇੱਕ ਉੱਚਾ ਪਹਾੜ ਹੈ। ਬੀਤ ਗਇਓ ਤਿਸ ਥਾਨ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਨੂੰ ਬੈਠਿਆਂ ਬੈਠਿਆਂ ਕੁਝ ਸਮਾਂ ਜਦੋਂ ਬੀਤਿਆ, ਮਰਦਾਨੇ ਕੋ ਜਲ ਕੀ ਚਾਹੂ। ਮਹਾਰਾਜ ਜੀ ਨੇ ਖੇਡ ਵਰਤਾਣੀ ਸੀ, ਤਾਰਨਾ ਸੀ ਕਿਸੇ ਨੂੰ, ਤਦੇ ਆਏ ਨੇ ਇੱਥੇ। ਭਾਈ ਮਰਦਾਨਾ ਜੀ ਬੈਠੇ ਰਹੇ। ਕੁਝ ਸਮੇਂ ਬਾਅਦ ਸਤਿਗੁਰਾਂ ਨੇ ਆਪ ਹੀ ਭਾਈ ਮਰਦਾਨੇ ਨੂੰ ਪਿਆਸ ਲਾ ਦਿੱਤੀ। ਤਾਰਨਾ ਜੋ ਸੀ, ਪਰ ਭਾਈ ਮਰਦਾਨੇ ਦੀ ਪਿਆਸ ਦੇ ਬਹਾਨੇ ਹੀ ਤਾਰਨਾ ਸੀ। ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ। ਪਇਓ ਤ੍ਰਿਖਾ ਤੁਰ ਕੈ ਗੁਰ ਪਾਹੂ। ਪਹਿਲਾਂ ਤਾਂ ਕੁਝ ਬੈਠੇ ਰਹੇ, ਫਿਰ ਜਦੋਂ ਜ਼ਿਆਦਾ ਪਿਆਸ ਲੱਗੀ ਤੇ ਪਿਆਸ ਤ੍ਰਿਖਾ ਤੁਰ ਹੋ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਪ੍ਰਭ ਇਹਾਂ ਨੀਰ ਨੈ ਨੇਰੇ। ਭਾਈ ਮਰਦਾਨੇ ਨੇ ਸੱਜੇ ਖੱਬੇ ਨਿਗਾਹ ਜ਼ਰੂਰ ਮਾਰ ਲਈ ਸੀ ਪਹਿਲਾਂ ਵੀ ਕਿਤੇ ਪਾਣੀ ਦਿਸੇ। ਮਹਾਰਾਜ ਜੀ ਇੱਥੇ ਕਿਤੇ ਪਾਣੀ ਨਜ਼ਰ ਨਹੀਂ ਆਉਂਦਾ, ਨੇੜੇ ਕਿਤੇ ਪਾਣੀ ਹੋਵੇ ਤੇ ਤੁਸੀਂ ਤਾਂ ਜਾਣੀ ਜਾਣੋ ਇਹ ਧਰਤੀ ਰਚੀ ਤੁਸੀਂ ਹੈ, ਤੁਹਾਨੂੰ ਪਤਾ ਕਿੱਥੇ ਪਾਣੀ ਹੈ ਕਿੱਥੇ ਨਹੀਂ ਹੈ। ਮਹਾਰਾਜ ਕਿਰਪਾ ਕਰੋ, ਦੱਸੋ ਵੀ ਕਿਤੇ ਨੇੜੇ ਤੇੜੇ ਪਾਣੀ ਹੋਵੇ। ਕਰਨ ਪਾਨ ਕੀ ਇੱਛਾ ਮੇਰੇ। ਮੈਨੂੰ ਇੱਛਾ ਹੋ ਰਹੀ ਆ, ਪਿਆਸ ਬੜੀ ਡਾਢੀ ਲੱਗੀ ਹੋਈ ਆ, ਮੈਂ ਜਲ ਛਕਣਾ ਚਾਹੁੰਦਾ ਹਾਂ। ਰਾਵਰ ਕੋ ਸਭ ਗਿਆਤਾ ਅਹੇ। ਮਹਾਰਾਜ ਤੁਸੀਂ ਹੋ ਜਾਣੀ ਜਾਣ, ਤੁਸੀਂ ਹੋ ਗਿਆਤਾ ਸਰਬ ਪ੍ਰਕਾਰ ਕਰਕੇ। ਕਰੋ ਬਤਾਵਨ ਜੈਠਾਂ ਲਹੇ। ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਦੱਸੋ ਜਿੱਥੋਂ ਪਾਣੀ ਮਿਲ ਸਕੇ, ਜਲ ਮਿਲ ਸਕੇ। ਜੇ ਨੇਰੇ ਨੇ ਚਲੋ ਅਗਾਰੀ। ਜੇ ਕਿਤੇ ਇੱਥੇ ਨੇੜੇ ਤੇੜੇ ਜਲ ਨਹੀਂ ਹੈ ਤਾਂ ਮਹਾਰਾਜ ਜੀ ਫਿਰ ਆਪਾਂ ਇੱਥੋਂ ਕਿਤੇ ਹੋਰ ਅੱਗੇ ਟੁਰ ਚੱਲੀਏ। ਇੱਥੇ ਬੈਠੇ ਕੀ ਕਰਦੇ ਆ? ਜੇ ਇੱਥੇ ਪਾਣੀ ਨਹੀਂ ਆ ਕਿਤੇ ਹੋਰ ਚੱਲੀਏ, ਉੱਥੇ ਚੱਲ ਕੇ ਪਾਣੀ ਦਾ ਪ੍ਰਬੰਧ ਕਰੀਏ। ਬੈਠੋ ਤੈ ਜੈ ਸੁੰਦਰ ਬਾਰੀ। ਮਹਾਰਾਜ ਜੀ ਇਸ ਪਹਾੜ ਦੀ ਜੜ ਵਿੱਚ ਆਪ ਜੀ ਆ ਕੇ ਸਜ ਗਏ ਹੋ ਤੇ ਆਪਾਂ ਕਿਤੇ ਹੋਰ ਟੁਰ ਚੱਲੀਏ, ਜਿੱਥੇ ਪਾਣੀ ਹੋਵੇ ਉਸ ਪਾਣੀ ਦੇ ਕੰਢੇ ਜਾ ਕੇ ਆਸਣ ਲਾ ਲਈਏ। ਸ਼੍ਰੀ ਨਾਨਕ ਸੁਨ ਕਹਿ ਕੈ ਬਾਣੀ। ਜਦੋਂ ਭਾਈ ਮਰਦਾਨੇ ਨੇ ਉਹ ਬੇਨਤੀ ਕੀਤੀ, ਜਗਤ ਗੁਰੂ ਪਾਤਸ਼ਾਹ ਨੇ ਬੇਨਤੀ ਸੁਣੀ। ਕਰੋ ਪਾਨਿਤ ਹੀ ਟਿਗ ਪਾਨੀ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਪਾਣੀ ਕੋਈ ਬਹੁਤੀ ਦੂਰ ਨਹੀਂ, ਇੱਥੇ ਨੇੜੇ ਹੀ ਹੈ, ਬਹੁਤੀ ਦੂਰ ਨਹੀਂ, ਇੱਥੇ ਨੇੜੇ ਹੀ ਪਾਣੀ ਆ, ਤੈਨੂੰ ਪੀਣ ਨੂੰ ਮਿਲ ਜਾਏਗਾ। ਉੱਪਰ ਗਿਰ ਕੇ ਚੜੋ ਅਗਾਰੀ। ਆ ਸਾਹਮਣੇ ਪਹਾੜ ਹੈ, ਕੋਈ ਬਹੁਤਾ ਉੱਚਾ ਨਹੀਂ, ਇਹਦੇ ਉੱਤੇ ਚਲਾ ਜਾ। ਤੈਂ ਫਕੀਰ ਇੱਕ ਵਲੀ ਕੰਧਾਰੀ। ਇਸ ਪਹਾੜ ਦੇ ਉੱਤੇ ਇੱਕ ਮੁਸਲਮਾਨ ਫਕੀਰ ਰਹਿੰਦਾ ਹੈ ਔਰ ਉਸ ਮੁਸਲਮਾਨ ਫਕੀਰ ਦਾ ਨਾਮ ਹੈ ਵਲੀ ਕੰਧਾਰੀ। ਜਿੱਥੇ ਮੇਰੇ ਸਾਹਿਬ ਆ ਕੇ ਬੈਠੇ ਨੇ ਹਸਨ ਅਬਦਾਲ ਦਾ ਇਲਾਕਾ ਹੈ ਔਰ ਇਸ ਸਥਾਨ ਦਾ ਅੱਜ ਕੱਲ ਨਾਮ ਹੈ ਗੁਰਦੁਆਰਾ ਸ੍ਰੀ ਪੰਜਾ ਸਾਹਿਬ। ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਬੈਠੇ ਹਨ। ਖਾਲਸਾ ਜੀ ਪੰਜਾਬ ਦੀ ਵੰਡ ਤੋਂ ਪਹਿਲਾਂ
ਹਸਨ ਅਬਦਾਲ ਦੇ ਇਸ ਇਲਾਕੇ 'ਚ ਪੰਜਾ ਸਾਹਿਬ 'ਚ ਸਿੱਖੀ ਦਾ ਬੜਾ ਵੱਡਾ ਪ੍ਰਚਾਰ ਦਾ ਗੜ੍ਹ ਸੀ, ਕੇਂਦਰ ਸੀ। ਹੁਣ ਵੀ ਬੜਾ ਵੱਡਾ ਉੱਥੇ ਪਾਵਨ ਇਤਿਹਾਸਕ ਸਥਾਨ, ਸੰਗਤਾਂ ਜਾ ਕੇ ਦਰਸ਼ਨ ਕਰਦੀਆਂ। ਮਹਾਰਾਜ ਜੀ ਕਹਿੰਦੇ, ਮਰਦਾਨਿਆਂ, ਇੱਕ ਮੁਸਲਮਾਨ ਫਕੀਰ ਹੈ, ਇਸ ਪਹਾੜ ਦੇ ਸਿਖਰ ਦੇ ਉੱਤੇ ਤਪੱਸਿਆ ਕਰਦਾ, ਉਹਦਾ ਨਾਮ ਵਲੀ ਕੰਧਾਰੀ ਹੈ। ਤਪ ਕੋ ਕਰਤ ਪ੍ਰੀਤ ਕੋ ਲਾਏ। ਉਹ ਤਪ ਕਰਦਾ ਪ੍ਰੇਮ ਦੇ ਵਿੱਚ, ਤੇ ਤਪ ਦੀ ਮੂਰਤ ਬਣਿਆ ਬੈਠਾ ਹੈ। ਚਾਹੇ ਪਰਲੋਕ ਵਿਖੇ ਸੁਖ ਪਾਏ। ਉਹ ਅੱਗੇ ਪਰਲੋਕ 'ਚ ਸੁਖ ਚਾਹੁੰਦਾ, ਅੱਗੇ ਪਰਲੋਕ ਸਵਾਰਨ ਲਈ ਬੈਠਾ ਹੈ। ਤੁਰਕ ਦੇਹ ਸਮ ਸੋ ਹੈ ਤੇਰੀ। ਉਹ ਤੇਰੇ ਭਾਈਚਾਰੇ ਦਾ ਹੀ ਹੈ, ਜਿਹੜੇ ਬਰਾਦਰੀ ਵਿੱਚ ਤੈਂ ਜਨਮਿਆ ਉਸੇ ਬਰਾਦਰੀ ਵਿੱਚ ਉਹ ਹੈ, ਤੇ ਤੇਰਾ ਸਵਰੂਪ ਵੈਸਾ ਹੈ। ਕਰੋ ਜਾਚਨਾ ਤੈਂ ਜਲ ਕੇਰੀ। ਤੇ ਤੈਨੂੰ ਵੇਖ ਕੇ ਸਗੋਂ ਖੁਸ਼ ਹੋਵੇਗਾ, ਤੇ ਤੂੰ ਜਾ ਕੇ ਉਹਦੇ ਕੋਲੋਂ ਪਾਣੀ ਦੀ ਜਾਚਨਾ ਕਰ ਲੈ, ਪਾਣੀ ਦੀ ਮੰਗ ਕਰ ਲੈ। ਕਰ ਕੈ ਪਾਨ ਆਏ ਹੈ ਜਾਵਦ। ਤੇ ਜਦੋਂ ਤਾਈਂ ਤੂੰ ਪਾਣੀ ਪੀ ਕੇ ਆ ਨਹੀਂ ਜਾਂਦਾ, ਇਸ ਤਰੁਤ ਰੇ ਟਿਕੇ ਅਮਤਾਵਦ। ਉਦੋਂ ਤੱਕ ਅਸੀਂ ਇੱਥੇ ਦਰਖਤ ਦੇ ਥੱਲੇ ਹੀ ਬੈਠੇ ਆਂ ਵੀ ਤੂੰ ਜਾ ਕੇ ਉਹਦੇ ਕੋਲੋਂ ਜਲ ਛਾ ਗਿਆ। ਮਹਾਰਾਜ ਜੀ ਨੇ ਖੇਡ ਵਰਤਾਣੀ ਸੀ। ਵਲੀ ਕੰਧਾਰੀ ਤਪਸਵੀ ਤਾਂ ਸੀ, ਤਪ ਵੀ ਬਹੁਤ ਕਰ ਰਿਹਾ ਹੈ, ਪਰ ਤਪ ਦੇ ਨਾਲ ਹਿਰਦੇ 'ਚ ਹੰਕਾਰ ਹੈ, ਮਾਣ ਹੈ। ਮੇਰੇ ਸਾਹਿਬ ਨੇ ਉਸ ਹੰਕਾਰ ਨੂੰ ਨਿਵਾਰਨਾ ਸੀ, ਉਹਦੇ ਲਈ ਅੜਚਣ ਬਣਿਆ ਹੋਇਆ ਸੀ। ਤਪੱਸਿਆ ਸੀ, ਪਰ ਸਾਹਮਣੇ ਪੜਦਾ ਸੀ ਹੰਕਾਰ ਦਾ, ਕਿ ਅੱਗੇ ਬ੍ਰਹਮ ਵਿੱਚ ਅਭੇਦ ਨਹੀਂ ਸੀ ਹੋਣ ਦਿੰਦਾ। ਸਾਹਿਬ ਨੇ ਆਖਿਆ ਕਿ ਇਹਦੇ ਇਸ ਪਰਦੇ ਨੂੰ ਨਿਵਾਰੀਏ, ਤੇ ਪਰਦੇ ਦੀ ਨਿਰਵਿਰਤੀ ਕਰਕੇ ਇਹਦੇ ਅੰਦਰੋਂ ਹੰਕਾਰ ਨੂੰ ਦੂਰ ਕਰਕੇ ਪਰਮਾਰਥ ਦਾ ਪੰਧ ਹੀ ਬਣਾਈਏ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦਾ ਹੰਕਾਰ ਨਿਵਾਰਨਾ ਚਾਹੁੰਦੇ ਆ, ਤਦੇ ਖੇਡ ਵਰਤਾਈ। ਆਖਿਆ, ਜਾਓ ਭਾਈ ਮਰਦਾਨਾ ਜੀ, ਜਦੋਂ ਤੱਕ ਤੁਸੀਂ ਵਾਪਸ ਨਹੀਂ ਆ ਜਾਂਦੇ ਜਲ ਛਕ ਕੇ, ਅਸੀਂ ਇਸੇ ਦਰਖਤ ਦੇ ਥੱਲੇ ਬੈਠੇ ਹਾਂ। ਸ਼੍ਰੀ ਗੁਰ ਤੇ ਸੁਨ ਕਰ ਤਬ ਚਾਲਾ। ਸਤਿਗੁਰਾਂ ਦੇ ਮੁਖੋਂ ਇਹ ਬਚਨ ਭਾਈ ਸਾਹਿਬ ਨੇ ਸੁਣੇ ਤੇ ਸੁਣ ਕੇ ਚੱਲ ਪਏ। ਗਿਰ ਪਰ ਜਹਾਂ ਪੀਰ ਕੀ ਸ਼ਾਲਾ। ਜਿੱਥੇ ਪੀਰ ਵਲੀ ਕੰਧਾਰੀ ਜੀ ਦਾ ਇੱਕ ਕੁਟੀਆ ਬਣੀ ਹੋਈ ਸੀ, ਉੱਤੇ ਰਹਿੰਦੇ ਸੀ ਪਹਾੜ ਤੇ, ਉੱਥੇ ਉਹਨਾਂ ਨੇ ਥੋੜਾ ਜਿਹਾ ਪਾਣੀ ਆਪਣੇ ਕੋਲ ਇਕੱਠਾ ਕੀਤਾ ਹੋਇਆ ਸੀ। ਕਰਾਮਾਤੀ ਵੀ ਸਨ ਪੀਰ ਵਲੀ ਕੰਧਾਰੀ ਜੀ, ਔਰ ਜਲ ਇਕੱਠਾ ਕਰਕੇ ਆਪਣੇ ਕੋਲ ਰੱਖਿਆ ਹੋਇਆ ਸੀ। ਉੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਪਹੁੰਚ ਗਏ। ਸਨੇ ਸਨੇ ਚੱਲ ਕੇ ਮਰਦਾਨਾ। ਪਹਾੜ ਥੋੜਾ ਉੱਚਾ ਹੈ, ਹੌਲੇ ਹੌਲੇ ਚੜ ਕੇ ਉੱਪਰ ਗਏ। ਕਰਿਓ ਬਿਲੋਕਨ ਸੋ ਸ਼ੁਭ ਥਾਨਾ। ਉੱਤੇ ਜਗ੍ਹਾ ਬੜੀ ਸੁੰਦਰ, ਪਹਾੜ ਦੇ ਉੱਤੇ ਬੜੀ ਰਮਣੀਕ ਜਗ੍ਹਾ, ਹਰਿਆਵਲ ਹੈ, ਬੜਾ ਸੋਹਣਾ। ਉੱਥੇ ਉਹਨਾਂ ਨੇ ਵਲੀ ਕੰਧਾਰੀ ਨੇ ਆਪਣੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ। ਵਲੀ ਕੰਧਾਰੀ ਬੈਠਿਓ ਜਹਾਂ। ਵਲੀ ਕੰਧਾਰੀ ਜੀ ਜਿਸ ਜਗ੍ਹਾ ਤੇ ਬੈਠੇ ਸਨ, ਰਾਖਿਓ ਨੀਰ ਰੋਕ ਕੁਝ ਤਹਾਂ। ਬਿਲਕੁਲ ਆਪਣੇ ਨਾਲ ਹੀ ਉਹਨਾਂ ਨੇ ਥੋੜਾ ਜਿਹਾ ਪਾਣੀ ਆਪਣੀ ਕਿਸੇ ਕਲਾ ਨਾਲ ਉਹ ਰੋਕ ਕੇ ਰੱਖਿਆ ਹੋਇਆ ਸੀ ਆਪਣੇ ਵਰਤਣ ਵਾਸਤੇ। ਕਰੀ ਬੰਦਗੀ ਹੋਏ ਕਰ ਤੀਰਾ। ਭਾਈ ਮਰਦਾਨਾ ਜੀ ਪੀਰ ਵਲੀ ਕੰਧਾਰੀ ਜੀ ਦੇ ਕੋਲ ਗਏ, ਜਾ ਕੇ ਪਹਿਲਾਂ ਸਤਕਾਰ ਕੀਤਾ, ਵਲੀ ਕੰਧਾਰੀ ਜੀ ਨੂੰ ਨਮਸਕਾਰ ਕੀਤੀ। ਮੁਝ ਕੋ ਤ੍ਰਿਖਾ ਦਿਓ ਜਲ ਪੀਰਾ। ਆਖਿਆ, ਪੀਰ ਜੀ ਨਮਾਮ ਹੈ, ਜਿਵੇਂ ਮੁਸਲਮਾਨ ਭਾਈਚਾਰੇ ਦੇ ਲੋਕ ਆਪੋ ਵਿੱਚ ਮਿਲਦੇ ਆ, ਉਸ ਤਰੀਕੇ ਨਾਲ ਭਾਈ ਸਾਹਿਬ ਭਾਈ ਮਰਦਾਨਾ ਜੀ ਮਿਲੇ। ਆਖਿਆ, ਪੀਰ ਜੀ ਜਲ ਚਾਹੀਦਾ, ਪਿਆਸ ਲੱਗੀ ਹੋਈ ਹੈ, ਤੁਹਾਡੇ ਕੋਲ ਜਲ ਹੈ? ਨੇੜੇ ਤੇੜੇ ਕਿਤੇ ਹੋਰ ਜਲ ਨਹੀਂ, ਜਲ ਛਕਾ ਦਿਓ। ਨਿਕਟ ਨ ਮੋਕੋ ਕੈਠਾਂ ਪਾਇਓ। ਨੇੜੇ ਮੈਨੂੰ ਕਿਸੇ ਹੋਰ ਥਾਂ ਤੇ ਜਲ ਨਹੀਂ ਮਿਲਿਆ। ਜਾਂ ਤੇ ਚੱਲ ਸੁਨ ਸੁਧ ਮੈਂ ਆਇਓ। ਤੁਹਾਡੇ ਕੋਲ ਜਲ ਹੈ, ਇਹ ਸੁਧ ਸੁਣ ਕੇ ਮੈਂ ਤੁਹਾਡੇ ਕੋਲ ਆਇਆ। ਵਲੀ ਕੰਧਾਰੀ ਪੁੱਛਦਾ, ਕੌਣ ਹੈ ਬਈ ਤੂੰ? ਕਿਹਦਾ ਭੇਜਿਆ ਆਇਆ ਹੈ? ਕਿਹਦੇ ਨਾਲ ਆਇਆ ਹੈ? ਭਾਈ ਮਰਦਾਨਾ ਜੀ ਅੱਗੋਂ ਦੱਸ ਰਹੇ ਨੇ, ਮੈਂ ਗੁਰੂ ਨਾਨਕ ਸਾਹਿਬ ਨਾਲ ਆਇਆ ਹਾਂ। ਵਲੀ ਕੰਧਾਰੀ ਨੇ ਜਦੋਂ ਗੁਰੂ ਪਾਤਸ਼ਾਹ ਦੀ ਸੋਭਾ ਸੁਣੀ, ਭਾਈ ਮਰਦਾਨੇ ਦੇ ਮੁਖੋਂ ਹੰਕਾਰੀ ਮਨੁੱਖ ਕਿਸੇ ਦੂਸਰੇ ਦੀ ਵਡਿਆਈ ਨਹੀਂ ਸੁਣ ਸਕਦਾ। ਜੋ ਵਲੀ ਕੰਧਾਰੀ ਨੇ ਫਿਰ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ
ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਤ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਏ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨਿਆ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ ਚੜ੍ਹਦੀ ਕਲਾ